ਆਪਦੀ ਬੇਟੀ ਦੀ ਸ਼ਾਦੀ ਚਾਹੁੰਦਾ ਸੀ, ਭਤੀਜੀ ਦੀ ਸ਼ਾਦੀ ਸੀ ਉਹਨਾਂ ਦੀ ਮੇਰਾ ਖਿਆਲ ਸ਼ਾਇਦ ਭਤੀਜੀ ਸੀ, ਔਰ ਉਹਨਾਂ ਨੂੰ ਮਤਲਬ 에ਅਰਪੋਰਟ ਤੋਂ ਵਾਪਸ ਮੋੜਿਆ ਵੀ ਨਹੀਂ ਜਾਣ ਦੇਣਾ ਤੈਨੂੰ, ਨਹੀਂ ਤਾਂ ਲੰਗਰ ਚੱਕ। ਅਗਰ ਕਿਸਾਨਾਂ ਨੂੰ ਲੰਗਰ ਛਕਾਉਣਾ ਹੈ ਤਾਂ ਫਿਰ ਤੈਨੂੰ ਸ਼ਾਦੀ 'ਚ ਨਹੀਂ ਸ਼ਾਮਲ ਹੋਣ ਦੇਣਾ, ਇੱਥੇ ਉੱਤਰ ਨਹੀਂ ਦੇਣਾ, ਵਾਪਸ ਜਾ। ਸਰਕਾਰ ਨੇ ਸਖਤੀ ਕੀਤੀ, ਹੁਣ ਉਹਨਾਂ ਸਾਰੇ ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਤਾਂ ਸਾਡੀ ਇੱਕ ਜ਼ਿੰਮੇਵਾਰੀ ਰਹੇਗੀ। ਹਾਂ, ਲਖੀਮਪੁਰ ਵਾਲੇ ਜਿਹੜੇ ਨੌਜਵਾਨਾਂ ਨੇ ਵਿਰੋਧ ਕੀਤਾ, ਸਾਡੀ ਕਾਲ ਸੀ ਕਿ ਬੀਜੇਪੀ ਦਾ ਡਟ ਕੇ ਵਿਰੋਧ ਕਰੋ। ਸਾਡੀ ਕਾਲ ਨੂੰ ਮੰਨ ਕੇ ਉਹ ਇੱਕ ਪ੍ਰੋਗਰਾਮ ਕਰਕੇ ਆ ਰਹੇ ਹੈ, ਸਾਡੇ ਉਹ ਸ਼ਹੀਦ ਹੋ ਗਏ, ਉਹਨਾਂ ਨੂੰ ਇਨਸਾਫ ਦਿਵਾਉਣਾ ਹਜੇ ਬਾਕੀ ਹੈ। ਉਹ ਛੱਡ ਕੇ ਅਸੀਂ ਇੰਨੀਆਂ ਸਾਰੀਆਂ ਗੱਲਾਂ, ਢੇਰ ਸਾਰੀਆਂ ਗੱਲਾਂ ਅਸੀਂ ਬਾਕੀ ਛੱਡ ਕੇ ਉੱਥੋਂ ਆਏ। ਇਹਨੂੰ ਅਸੀਂ ਕਿਵੇਂ ਕਹਿ ਲਾਂਗੇ ਜੀ ਮੋਰਚਾ ਜਿੱਤਿਆ ਗਿਆ? ਸਰ ਜਿਹੜਾ ਧਰਨਾ ਲਾਇਆ ਹੋਇਆ ਸੀ ਨੇ ਸਮੇਂ ਤੋਂ ਚੱਲ ਰਿਹਾ ਸੀਗਾ, ਉਹ ਪਰ ਧਰਨਾ ਕਿਉਂ ਚੱਕਿਆ ਗਿਆ ਜੀ? ਹਾਂ, ਜਿਹੜਾ ਉਦੋਂ ਇਹ ਗੱਲਾਂ ਕਿਉਂ ਨਹੀਂ ਹੋਈਆਂ ਵੀ ਆਪਾਂ ਨੇ ਜਿਹੜਾ ਇਹ ਵੀ ਆਪਾਂ ਨੇ ਹਾਸਲ ਕਰਨਾ, ਇਹ ਵੀ ਫਤਿਹ ਕਰਨੀ ਹੈ ਜਗ੍ਹਾ, ਇਹ ਵੀ ਆਪਾਂ ਜਿਹੜੇ ਨਿਰਦੋਸ਼ ਮਤਲਬ ਅੰਦਰ ਕੇਸ ਪਾਏ ਗਏ ਨੇ ਝੂਠੇ, ਉਹਨਾਂ ਨੂੰ ਵੀ ਛਡਾਣਾਗਾ। ਰਾਜਾ ਸਾਹਿਬ ਖੁਦ ਮੰਨਦੇ ਆ ਵੀ ਅਸੀਂ ਉੱਥੋਂ ਉੱਠ ਕੇ ਆਉਣਾ ਚਾਹੁੰਦੇ ਸੀ, ਲੇਕਿਨ ਡੱਲੇ ਵਾਲੀ ਨਹੀਂ ਸੀ ਉੱਠ ਕੇ ਆਉਣਾ। ਡੱਲੇ ਵਾਲਾ ਇਕੱਲਾ ਨਹੀਂ ਸੀ ਉੱਠ ਕੇ ਆਉਣਾ, ਨਾ ਉੱਠ ਕੇ ਆਉਣਾ ਰਿਹਾ ਜੀ। ਅਦਰ ਸਟੇਟਾਂ ਵਾਲੀਆਂ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਸੀ ਕਿ ਹਜੇ ਐਮਐਸਪੀ ਦੀ ਲੜਾਈ, ਕਿਸਾਨਾਂ ਦੇ ਪਰਚਿਆਂ ਦੀ ਲੜਾਈ, ਉਹਨੂੰ ਹਜੇ ਲੜਿਆ ਜਾਏ। ਇਹ ਮੋਰਚਾ ਅਗਰ ਹੋਰ ਲੰਬਾ ਚੱਲ ਜਾਂਦਾ ਤਾਂ ਮੈਨੂੰ ਲੱਗਦਾ ਪੂਰਨ ਵਿਸ਼ਵਾਸ ਨਾਲ ਇਹ ਕਹੀ ਜਾ ਸਕਦੀ ਹੈ ਗੱਲ ਕਿ ਬੀਜੇਪੀ ਯੂਪੀ ਚੋਂ ਜਿੱਤਦੀ ਨਹੀਂ। ਸਾਨੂੰ ਇਹ ਤਾਂ ਲੜਨਾ ਚਾਹੀਦਾ, ਬਿਲਕੁਲ ਜੀ ਲੜਨਾ ਚਾਹੀਦਾ ਸੀ। ਕਈ ਗੱਲਾਂ ਐਸੀਆਂ ਸੀ ਜਿਹੜੀਆਂ ਜਿੱਤ ਹਾਸਲ ਕਰਨੀ ਅਧੂਰੀ ਸੀ ਉਹ, ਪਰ ਓਨਲੀ ਆਪਾਂ ਗੱਲ ਕਰਦੇ ਜਾਂ ਰਾਜੇਵਾਲ ਸਾਹਿਬ ਦੀ ਇਕੱਲਾ ਇਹੀ ਜਿਹੀ ਕੀ ਗੱਲ ਸੀ ਵੀ ਇਹੀ ਚੱਕਰ ਨੂੰ ਕਈ ਗੱਲਾਂ ਐਸੀਆਂ ਸੀ ਜਿਹੜੀਆਂ ਜਿੱਤ ਹਾਸਲ ਕਰਨੀ ਅਧੂਰੀ ਸੀ ਉਹ, ਪਰ ਓਨਲੀ ਆਪਾਂ ਗੱਲ ਕਰਦੇ ਜਾਂ ਰਾਜੇਵਾਲ ਸਾਹਿਬ ਦੀ ਇਕੱਲਾ ਇਹੀ ਜਿਹੀ ਕੀ ਗੱਲ ਸੀ ਵੀ ਇਹੀ ਚੱਕਰ ਨੂੰ ਹੁੰਦੀ ਸੀ। ਕਈ ਗੱਲਾਂ ਨਿਕਲ ਕੇ ਸਾਹਮਣੇ ਬਾਅਦ ਚ ਤਾਂ ਆਈਆਂ ਕਿ ਕੁਝ ਵੀਰਾਂ ਨੇ ਤਾਂ ਮਤਲਬ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਵੀ ਯਤਨਸ਼ੀਲ ਹੋ ਗਏ ਕਿ ਮਤਲਬ ਠਾਓ ਮੋਰਚਾ ਫਟਾਫਟ ਚੱਲ ਗਏ। ਜਿੱਦਾਂ ਜਥੇਬੰਦੀਆਂ ਇਹ ਨਹੀਂ, ਅਸੀਂ ਝੋਲਾ ਛਾਪ ਸੀ, ਜਿਨ੍ਹਾਂ ਦੇ ਕੋਲ ਤਾਂ ਬੰਦਾ ਹੈ ਨਹੀਂ ਸੀ ਕੋਈ, ਜਿਹਦੇ ਕੋਲੇ ਬੰਦਾ ਹੀ ਹੈ ਨਹੀਂ, ਉਹ ਮੀਟਿੰਗ ਕਰਕੇ ਕਿਸੇ ਨੂੰ ਕੀ ਕਹੂਗਾ ਵੀ ਚਲੋ ਉੱਠੋ, ਉਹਨੇ ਤਾਂ ਇਕੱਲੇ ਨੇ ਝੋਲਾ ਚੱਕ ਕੇ ਤੁਰਨਾ ਹੈ, ਉਹ ਭਾਵੇਂ ਅੱਜ ਚੱਕ ਕੇ ਤੁਰ ਪਏ ਤੇ ਭਾਵੇਂ ਕੱਲ ਚੱਕ ਕੇ ਤੁਰ ਪਏ। ਜਿਹੜੀ ਇਲੈਕਸ਼ਨ ਲੜਨ ਦਾ ਇੱਕ ਡਿਸੀਜਨ ਸੀਗਾ ਉਹ ਪੂਰੇ ਸਾਰੇ ਮੋਰਚੇ ਦਾ ਹੀ ਸੀਗਾ ਜਾਂ ਕੁਝ ਹੀ ਬੰਦਿਆਂ ਦਾ ਸੀ? ਪਾਵਰ ਤੋਂ ਨਹੀਂ ਬਣੀ ਸੀ ਕਿਸਾਨ ਜਿਹਨੂੰ ਦੀ, ਉਹ ਐਡੀ ਪਾਵਰ ਸੀ ਕਿ ਉਹ ਇੱਕ ਵਿਧਾਇਕ ਐਮਪੀ ਲਾ ਲਓ, ਐਮਐਲਏ ਜੋ ਵੀ ਹੈ, ਉਸ ਤੋਂ ਵੀ ਵੱਡੀ ਪਾਵਰ ਸੀ ਜਿਹਦੇ ਕਿ ਸਰਕਾਰ ਪ੍ਰਧਾਨ ਮੰਤਰੀ ਦੇ ਖਿਲਾਫ ਪੂਰੇ ਦੁਨੀਆ ਵਿੱਚ ਪ੍ਰਚਾਰ ਹੋਇਆ ਜੀ। ਜਦੋਂ ਐਡੀ ਵੱਡੀ ਤੁਹਾਡੇ ਕੋਲ ਪਾਵਰ ਤਾਕਤ ਸੀ ਇੱਕਜੁੱਟ ਦਾ ਜੀ, ਏਕਤਾ ਦਾ, ਤਾਂ ਫਿਰ ਇਲੈਕਸ਼ਨ ਲੜਨ ਦਾ ਇੱਕ ਡਿਸੀਜਨ ਸੀ ਉਹ ਕਿਉਂ ਲੱਤਾ ਗਿਆ? ਪ੍ਰੋਫੈਸਰ ਮਨਜੀਤ ਸਿੰਘ ਜਿਹੜੀ ਵੀ ਪਾਰਟੀ ਚ ਰਲਿਆ, ਆਪਣੇ ਆਪ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਵੀ ਉਸ ਪਾਰਟੀ ਦਾ ਕੁਝ ਬਣ ਦਿੱਤਾ ਹੈ। ਜਿਹੜਾ ਏਕਤਾ ਸੀ ਉਹ ਅੱਜ ਦੇ ਟਾਈਮ ਨਹੀਂ ਦਿਖਾਈ ਦੇ ਰਹੀ। ਇਹਦੇ ਨਾਲ ਮਤਲਬ ਕੁਝ ਆਪਣੇ ਜਿਹੜੇ ਮੋਰਚਾ ਗਾ ਉਹਦੇ ਵਿੱਚ ਕੋਈ ਲੱਗਦਾ ਹੀ ਤੁਹਾਨੂੰ ਕੁਝ ਕਮਜ਼ੋਰੀ ਹੈ? ਪਬਲਿਕ ਦਾ ਇੱਕ ਵਾਰੀ ਵਿਸ਼ਵਾਸ ਜਿਹੜਾ ਟੁੱਟਿਆ ਹੈ, ਉਹ ਵਿਸ਼ਵਾਸ ਬਹਾਲ ਕਰਨ ਦੇ ਉੱਤੇ ਟਾਈਮ ਤਾਂ ਲੱਗਦਾ, ਇਹਦੇ ਵਿੱਚ ਕੋਈ ਰੋਣਾ ਨਹੀਂ, ਲੇਕਿਨ ਇਹ ਵੀ ਜ਼ਰੂਰ ਹੈ ਕਿ ਪਬਲਿਕ ਵਿਸ਼ਵਾਸ ਕਰੇਗੀ। ਜੇ ਸਾਡੇ ਨਾਲ ਸਾਡੇ ਇਕੱਠੇ ਰਹਿਣ ਨਾਲ ਲੋਕਾਂ ਦਾ ਵਿਸ਼ਵਾਸ ਨੂੰ ਸੱਟ ਵੱਜਦੀ ਹੈ ਤਾਂ ਉਹ ਇਕੱਠ ਨਾਲੋਂ ਚੰਗਾ ਹੈ ਕਿ ਲੋਕਾਂ ਦਾ ਵਿਸ਼ਵਾਸ ਕਿਵੇਂ ਬਣਿਆ ਰਹੇ। ਅਸੀਂ ਉਹਨਾਂ ਦੇ ਦਿਨਾਂ ਦੇ ਵਿੱਚ ਦੁਬਾਰਾ ਮੀਟਿੰਗ ਲੈ ਕੇ ਅਸੀਂ ਡੀਜੀਪੀ ਦੋਨੇ ਬਿਠਾਵਾਂਗੇ ਵਿੱਚ, ਔਰ ਉਹਨਾਂ ਨਾਲ ਮਤਲਬ ਟਾਈ ਅਪ ਕਰਕੇ ਉਹ ਸਾਰੇ ਦੇ ਸਾਰੇ ਜਿਹੜੇ ਸਾਰੇ ਮਨਾ ਲਿਆ ਸਰਕਾਰ ਨੂੰ, ਉਹਨਾਂ ਤੋਂ ਲਾਗੂ ਕਰਨੇ ਬਾਕੀ ਹੈ। ਮੰਗਾ ਮੰਗਾ। ਹਾਂਜੀ ਨਮਸਕਾਰ ਦੋਸਤੋ, ਮੈਂ ਤੁਹਾਡਾ ਪ੍ਰਦੀਪ ਧਾਲੀਵਾਲ ਪੰਜਾਬ ਬੋਲਦਾ ਚੈਨਲ ਦੇ ਵਿੱਚ ਅੱਜ ਨਵੀਂ ਸ਼ਖਸੀਅਤ ਨਾਲ ਗੱਲਬਾਤ ਕਰਨ ਆਏ ਹਾਂ। ਫਰੀਦਕੋਟ ਡਿਸਟ੍ਰਿਕਟ ਦੇ ਰਹਿਣ ਵਾਲੇ ਡੱਲੇਵਾਲ ਪਿੰਡ ਦੇ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
ਆਪਾਂ ਗੱਲ ਕਰਾਂਗੇ ਇਹਨਾਂ ਨਾਲ ਕਿਸਾਨ ਯੂਨੀਅਨ ਦੇ ਜੋ ਇਸ ਟਾਈਮ ਜੋ ਮੁੱਦੇ ਨੇ ਕਿ ਕੀ ਲੈ ਕੇ ਚੱਲਦੇ ਨੇ, ਤੇ ਬਾਕੀ ਗੱਲ ਕਰਾਂਗੇ ਰਾਜੇਵਾਲ ਸਾਹਿਬ ਜੀ ਦੇ ਜਿਹੜੇ ਬੜਾ ਪ੍ਰਚਾਰ ਹੋ ਰਿਹਾ ਹੈਗਾ ਪਿਛਲੇ ਸਮੇਂ ਤੋਂ ਲੈ ਕੇ, ਤੇ ਕੀ ਮਤਲਬ ਐਸਾ ਕਾਰਨ ਹੈ ਕਿ ਜਿਹੜੇ ਮਤਲਬ ਕਿਸੇ ਸਮੇਂ ਇਕਜੁੱਟ ਸੀਗੇ ਤੇ ਅੱਜ ਸੋਚ ਦੇ ਵਿੱਚ ਫਰਕ ਪਿਆ ਹੋਇਆ ਹੈਗਾ। ਗੱਲ ਕਰਾਂਗੇ ਅਸੀਂ ਜਗਜੀਤ ਸਿੰਘ ਜੀ ਨਾਲ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਸਰ ਇੱਕ ਪਹਿਲਾ ਸਾਡਾ ਸਵਾਲ ਇਹੀ ਹੈ ਕਿ ਜਿਸ ਤਰ੍ਹਾਂ ਇਕਜੁੱਟ ਕਿਸਾਨ ਯੂਨੀਅਨ ਦੇ ਵਿੱਚ ਭਰਾਵਾਂ ਵਾਲਾ ਇੱਕ ਪਿਆਰ ਦੇਖਿਆ ਗਿਆ ਸੀ, ਬੜੇ ਲੰਬੇ ਟਾਈਮ ਚੱਲਿਆ ਗਿਆ ਜੰਗ, ਜਿਹੜੀ ਆਪਾਂ ਦਿੱਲੀ ਦੀ ਆਪਾਂ ਗੱਲ ਕਰੀਏ ਉਸ ਟਾਈਮ ਜਿੰਨੇ ਵੀ ਮਤਲਬ ਤੁਹਾਡੇ ਨਾਲ ਕਿਸਾਨ ਯੂਨੀਅਨ ਤੋਂ ਇਲਾਵਾ ਆਮ ਜਨਤਾ ਵੀ ਜੁੜੀ ਸੀ, NRA ਭਾਈਚਾਰਾ ਵੀ ਜੁੜਿਆ ਹੋਇਆ ਸੀ, ਉਹਦੇ ਵਿੱਚ ਜਿਹੜੇ ਮੇਨ ਮੁਖੀ ਸੀਗੇ ਤੁਸੀਂ ਸੀਗੇ, ਰਾਜੇਵਾਲ ਸਾਹਿਬ ਵੀ ਸੀਗੇ, ਹੋਰ ਵੀ ਕਈ ਸ਼ਖਸੀਅਤਾਂ ਸੀਗੀਆਂ, ਪਰ ਉਦੋਂ ਬਾਅਦ ਜਿਹੜੇ ਆਪਸ ਦਾ ਇੱਕ ਪਿਆਰ ਸੀਗਾ ਜਾਂ ਇੱਕ ਸੋਚ ਲੈ ਕੇ ਚੱਲੇ ਸੀ, ਉਹਨਾਂ ਵਿੱਚ ਦਰਾਰ ਕਿੱਦਾਂ ਮਤਲਬ ਪੈਦਾ ਹੋ ਗਈ? ਕੀ ਐਸੀ ਸੋਚ ਵਿੱਚ ਫਰਕ ਪੈ ਗਿਆ ਜਿਹੜੇ ਰਾਜੇਵਾਲ ਸਾਹਿਬ ਜੀ ਦੇ ਜਿਹੜੇ ਹੁਣ ਚਰਚੇ ਅਲੱਗ ਜਿਹੀ ਹੋ ਰਹੇ ਨੇਗੇ, ਉਹਨਾਂ ਦੇ ਖਿਲਾਫ ਗੱਲਾਂ ਜਾ ਰਹੀਆਂ ਨੇ, ਕੀ ਐਸੀ ਗੱਲਬਾਤ ਸਰ? ਦੇਖੋ, ਮੈਨੂੰ ਲੱਗਦਾ ਇੱਕ ਤਾਂ ਪਹਿਲਾਂ ਇਹਨੂੰ ਸਮਝਣ ਦੀ ਲੋੜ ਆ ਗੱਲ ਕਿ ਜਥੇਬੰਦੀਆਂ ਇੰਨੀਆਂ ਬਣਦੀਆਂ ਜਦੋਂ ਜੀ ਵਿਚਾਰਧਾਰਕ ਵਖਰੇਵੇਂ ਹੁੰਦੇ ਆ, ਪਹਿਲਾਂ ਹੀ ਹੁੰਦੇ ਆ ਜੀ, ਤੇ ਜਿਹੜੇ ਵਿਚਾਰਧਾਰਾਵਾਂ ਦੇ ਵਖਰੇਵੇਂ ਆ ਉਹ ਉਹਨਾਂ ਕਰਕੇ ਜਥੇਬੰਦੀਆਂ ਅਲੱਗ-ਅਲੱਗ ਹੁੰਦੀਆਂ, ਔਰ ਉਹ ਸੀ ਸਾਡੇ ਵੀ ਸਾਰਿਆਂ ਦੇ ਸੀਗੇ। ਜਿਵੇਂ ਕਿ ਅਸੀਂ ਰਾਜੇਵਾਲ ਸਾਹਿਬ ਦੇ ਤੁਸੀਂ ਪੁਰਾਣੇ ਮੁੱਢਲੇ ਜਿਹੜੇ ਲੇਖ ਲਿਖੇ ਨੇ ਇਹਨਾਂ ਨੇ ਅਖਬਾਰਾਂ ਨੂੰ, ਉਹ ਤੁਸੀਂ ਚੱਕੋ, ਉਹਨਾਂ ਨੂੰ ਸਟੱਡੀ ਕਰੋ, ਪੜ੍ਹੋ। ਉਹ ਜਿਹੜੀਆਂ ਅੱਜ ਆਰਥਿਕ ਨੀਤੀਆਂ ਆ ਰਹੀਆਂ ਨੇ ਇਹਨਾਂ ਦੇ ਹੱਕ 'ਚ ਲਿਖਦੇ ਰਹੇ ਨੇ, ਔਰ ਉਹਨਾਂ ਆਰਥਿਕ ਨੀਤੀਆਂ ਨੇ ਅੱਜ ਮਤਲਬ ਉਹਨਾਂ ਦੇ ਵਿੱਚੋਂ ਨਿਕਲ ਕੇ ਕਾਨੂੰਨ ਆਏ ਜਿਨ੍ਹਾਂ ਦੀ ਖਾਤਰ ਅਸੀਂ ਲੜ ਰਹੇ ਹਾਂ ਜੀ। ਔਰ ਉਸ ਵੇਲੇ ਕਿਸੇ ਸਮੇਂ ਦੇ ਉੱਤੇ ਉਹਨਾਂ ਆਰਥਿਕ ਨੀਤੀਆਂ ਨੂੰ ਇਹਨਾਂ ਨੇ ਆਪਦੀ ਸਮਝ ਮੁਤਾਬਕ ਠੀਕ ਮੰਨਿਆ, ਜਿਹੜਾ ਇੱਕ ਕਾਰਨ ਵੀ ਬਣਿਆ ਸਾਡੇ ਤੇ ਇਹਨਾਂ ਦੇ ਵਖਰੇਵਿਆਂ ਦਾ, ਜਿਹਦੇ ਕਰਕੇ ਜਥੇਬੰਦੀਆਂ ਵੱਖ-ਵੱਖ ਹੋ ਕੇ ਚੱਲੀਆਂ ਔਰ ਅਸੀਂ ਚੱਲਦੇ ਰਹੇ। ਲੇਕਿਨ ਹਾਲਾਤ ਜਦੋਂ ਉਹ ਬਣੇ, ਜਿਹੜੀ ਗੱਲ ਨੂੰ ਅਸੀਂ ਸਮਝਦੇ ਸੀਗੇ ਕਿ ਇੱਕ ਦਿਨ ਜਾ ਕੇ ਜਦੋਂ ਨਵੀਆਂ ਆਰਥਿਕ ਨੀਤੀਆਂ ਨੇ ਜਾਂ WTO ਦੀਆਂ ਨੀਤੀਆਂ ਨੇ ਪੂਰੀ ਤਰ੍ਹਾਂ ਮਤਲਬ ਦੇਸ਼ ਦੇ ਉੱਤੇ ਪ੍ਰਭਾਵ ਪਾਉਣਾ ਹੈ, ਉਸ ਵੇਲੇ ਇਹ ਕੁਝ ਹੋਣਾ ਹੈ ਜਿਹੜਾ ਅੱਜ ਸਾਡੇ ਨਾਲ ਹੋ ਰਿਹਾ ਹੈ। ਇਹ ਲੋਕਾਂ ਨੂੰ ਪਤਾ ਸੀਗਾ, ਭੁਲੇਖਾ ਨਹੀਂ। ਹੁਣ ਜਦੋਂ ਉਹ ਪ੍ਰਭਾਵ ਪੈਣ ਲੱਗਿਆ ਤੇ ਜਥੇਬੰਦੀਆਂ ਦੀ ਏਕਤਾ, ਇਹਨਾਂ ਨੇ ਕਾਨੂੰਨ ਲੈ ਕੇ ਆਂਦੇ, ਉਹਦੇ ਚੋਂ ਕਾਨੂੰਨ ਉਹਦੇ ਚੋਂ ਆਏ ਸੀ ਕਿ ਕੋਈ ਜਿਹੜਾ WTO ਜਾਂ ਗੈਰ ਸਮਝੌਤਾ ਹੋਇਆ WTO ਦੇ ਅੰਡਰ ਆ ਕੇ ਅੱਗੇ ਜਾ ਕੇ, ਉਹਦੇ ਵਿੱਚ ਲਿਖੀ ਹੈ ਉਹਦੇ 12ਵੇਂ ਅਧਿਆਇ 'ਚ ਗੱਲ ਇਹ ਕਿ ਹਿੰਦੁਸਤਾਨ ਦੇ ਲੋਕ ਆਪਦੇ ਕਿਸਾਨਾਂ ਨੂੰ ਜਿੰਨੀਆਂ ਵੀ ਸਹੂਲਤਾਂ ਦਿੰਦੇ ਉਹ ਸਹੂਲਤਾਂ ਦੇਣੀਆਂ ਬੰਦ ਕਰਨਗੇ। ਉਹਦੇ ਲਈ ਸ਼ਰਤ ਹੈ ਕਿ 10 ਸਾਲ ਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਮਤਲਬ ਉਹਨਾਂ ਨੇ ਲਾਗੂ ਕਰਨਾ। ਹੁਣ ਉਹ ਜਿਹੜਾ 1994 ਦੇ ਵਿੱਚ ਉਹ ਸਮਝੌਤਾ ਸਾਈਨ ਹੁੰਦਾ ਹੈ ਔਰ 2004 ਚ ਉਹਨੇ ਮਤਲਬ ਕੰਪਲੀਟਲੀ ਲਾਗੂ ਹੋ ਜਾਣਾ ਸੀ। ਹੁਣ ਉਹਦੀ ਹੋਰ ਕਹਾਣੀ ਜਿਹੜੀ ਉਹ ਬਹੁਤ ਲੰਮੀ ਹੈ ਕਿ ਕੌਣ ਕਿਵੇਂ ਸਾਈਨ ਹੋਏ, ਕੌਣ ਪ੍ਰਧਾਨ ਮੰਤਰੀ ਕਿਵੇਂ ਬਣਿਆ, ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਜਾਂ ਸਾਡੇ ਫਾਈਨਾਂਸ ਮਿਨਿਸਟਰ ਕਿਵੇਂ ਬਣੇ, ਇਹ ਵੀ ਉਹਦੇ ਨਾਲ ਜੁੜਦੀ ਕਹਾਣੀ ਹੈ ਇੱਕ। ਪਰ ਹੁਣ ਸਵਾਲ ਇਹ ਆ ਕਿ ਉਹ ਜਿਹੜੀਆਂ ਨੀਤੀਆਂ ਸੀ ਜਿਹਦੇ 'ਚ ਇਹ ਲਿਖਿਆ ਕਿ MSP ਦੇਣੀ ਬੰਦ ਕਰਨੀ ਹੈ ਕਿਸਾਨ ਨੂੰ, ਔਰ ਉਹ MSP ਬੰਦ ਕਰਨ ਦੇ ਲਈ ਅੱਜ ਸਰਕਾਰ ਨੂੰ ਸਿੱਧੀ MSP ਬੰਦ ਕਰਨੀ ਬੜੀ ਔਖੀ ਲੱਗੀ, ਔਰ ਉਹਦੇ 'ਚੋਂ ਕੱਢ ਲਿਆ 3 ਕਾਨੂੰਨ ਬੜੇ ਲੁਕਵੇਂ ਢੰਗ ਨਾਲ ਕਿ ਪਹਿਲਾਂ ਮੰਡੀ ਖਤਮ ਕਰ ਦਿਓ, ਜਦੋਂ ਮੰਡੀ ਖਤਮ ਹੋ ਗਈ ਫਿਰ FCI ਖਰੀਦੂ ਕਿੱਥੋਂ? ਆਪਣੇ ਆਪ ਉਹਨਾਂ ਮੰਡੀਆਂ ਦੇ ਵਿੱਚ ਜਦੋਂ ਦਾਣਾ ਹੀ ਨਾ ਆਇਆ ਤਾਂ FCI ਹੌਲੀ ਹੌਲੀ ਅੱਜ FCI ਨੂੰ ਸਿੱਧਾ ਤੋੜਨ ਦੀ ਬਜਾਏ ਇੱਕ ਬਹਾਨਾ ਬਣਾ ਕੇ FCI ਤੋੜਾਂਗੇ। ਪੰਜਾਬ ਨੂੰ ਕਮਜ਼ੋਰ ਕਰਨ ਵਾਲੀ ਮਤਲਬ ਉਹ ਨਹੀਂ, ਇਕੱਲੇ ਪੰਜਾਬ ਨੂੰ ਨਹੀਂ, ਪੂਰੇ ਦੇਸ਼ ਦੀ ਕਿਸਾਨੀ ਨੂੰ, ਪੂਰੇ ਦੇਸ਼ ਦੀ ਕਿਸਾਨੀ ਦੇ ਕੋਲੋਂ ਮਤਲਬ ਜ਼ਮੀਨ ਹਥਿਆਉਣ ਦਾ ਇੱਕ ਫਾਰਮੂਲਾ। ਹੁਣ ਉਹ ਸੀ, ਉਹ ਜਿਸ ਵੇਲੇ ਸਾਨੂੰ ਸਾਰਿਆਂ ਨੂੰ ਸਮਝ ਲੱਗੀ ਤਾਂ ਉਹਦੇ ਤੇ ਸਾਰਿਆਂ ਨੇ ਮੁੜ ਦੁਬਾਰਾ ਉਹ ਵੀ ਵਿਚਾਰਧਾਰਾ ਜਿਹੜੇ ਭਾਵੇਂ ਕਿਸੇ ਟਾਈਮ ਦੇ ਉੱਤੇ ਕਿਸੇ ਕਾਰਨ ਉਹਨਾਂ ਆਰਥਿਕ ਨੀਤੀਆਂ ਦੇ ਹੱਕ 'ਚ ਬੋਲ ਕੇ ਜਾਂ ਖੜ ਗਏ, ਅੱਜ ਉਹ ਵੀ ਜੇਕਰ ਮਤਲਬ ਸਾਡੇ ਨਾਲ ਖੜੇ ਤਾਂ ਸੁਭਾਵਿਕ ਹੈ ਕਿ ਏਕਤਾ ਬਣਨੀ ਸੀ। ਬਿਲਕੁਲ ਹਾਲਾਤਾਂ ਨੇ ਏਕਤਾ ਬਣਾਈ ਔਰ ਉਸ ਏਕਤਾ ਦੇ ਵਿੱਚੋਂ ਅਸੀਂ ਚੱਲੇ। ਹੁਣ ਉਸ ਵੇਲੇ 2 ਧਾਰਾਵਾਂ ਪੰਜਾਬ ਭਾਰਤ ਦੇ ਅੰਦਰ ਚੱਲੀਆਂ ਸੀ। ਇੱਕ ਧਾਰਾ ਦੇ ਵਿੱਚ ਦਾ ਵੱਡਾ ਧੜਾ ਸੀ, ਉਹਦਾ ਨਾਮ ਰੱਖਿਆ ਗਿਆ ਸੀ AIKSCC ਜੀ। ਇੱਕ ਧੜਾ ਸੀ ਉਹਦਾ ਨਾਮ ਸੀ ਰਾਸ਼ਟਰੀ ਕਿਸਾਨ ਮਹਾਸੰਘ। ਜਿਹੜਾ ਰਾਸ਼ਟਰੀ ਕਿਸਾਨ ਮਹਾਸੰਘ ਸੀ ਉਹਦੇ ਰਾਜੇਵਾਲ ਸਾਹਿਬ ਵੀ ਉਹਦੇ ਮੈਂਬਰ ਰਹੇ, ਆਪਣਾ ਹਰਮੀਤ ਕਾਦੀਆਂ ਵੀ ਉਹਦਾ ਮੈਂਬਰ ਸੀ, ਦੂਸਰਾ ਬਲਦੇਵ ਸਿੰਘ ਸਿਰਸਾ ਜੀ ਜਾਂ ਜਿਹੜੇ ਮਨਜੀਤ ਰਾਏ ਹੋਣੀ ਹੈ, ਉਧਰਲੇ ਪਾਸੇ ਸੁਖਪਾਲ ਡੱਫਰ ਹੈ, ਰਾਜੂ ਔਲਖ ਹੈ, ਇਹ ਸਾਰੇ ਮਤਲਬ ਉਸ ਰਾਸ਼ਟਰੀ ਕਿਸਾਨ ਮਹਾਸੰਘ ਦਾ ਹਿੱਸਾ ਰਹੇ। ਇਹ ਅਸੀਂ ਉਹ ਬੰਦੇ ਇਕੱਠੇ ਹੋਏ ਸੀ ਉੱਥੇ, ਗੁਰਨਾਮ ਚੰਦੂਨੀ ਵੀ ਉਹਦਾ ਹਿੱਸਾ ਰਹੇ
ਸੁਰੇਸ਼ ਕੌਰ ਉਹਦਾ ਹਿੱਸਾ ਰਹੇ। ਤਾਂ ਉਹ ਜਿਹੜੇ ਉਹ ਲੋਕ ਇਕੱਠੇ ਹੋਏ ਸੀ ਜਿਹੜੇ ਗੈਰ ਰਾਜਨੀਤਿਕ ਰਹਿ ਕੇ ਚੱਲਣ ਵਾਲੇ ਸੀ, ਜਿਹੜੇ ਚਾਹੁੰਦੇ ਸੀ ਵੀ ਅਸੀਂ ਚੁਣਾਵੀ ਰਾਜਨੀਤੀ ਮਤਲਬ ਇਲੈਕਸ਼ਨਾਂ 'ਚ ਖੜੇ ਹੋਣ ਵਾਲੀ ਰਾਜਨੀਤੀ ਤੋਂ ਦੂਰ ਬਿਲਕੁਲ ਰਹਿ ਕੇ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਆਪਦੀ ਲੜਾਈ ਲੜ ਕੇ ਕਿਸਾਨਾਂ ਦਾ ਮਸਲਾ ਹੱਲ ਕਰਨਾ। ਜਿਨ੍ਹਾਂ ਦੀ ਉਹ ਵਿਚਾਰਧਾਰਾ ਸੀ ਉਹ ਸੀਗਾ ਰਾਸ਼ਟਰੀ ਕਿਸਾਨ ਦਾ। 2 ਧੜੇ ਹੋ ਗਏ ਉੱਪਰ, 2 ਵੱਡੇ ਥੜੇ। ਉਹਨਾਂ ਦੋਵਾਂ ਥੜਿਆਂ ਦੀ ਲੋੜ ਬਣੀ ਸਮੇਂ ਦੀ ਕਿ ਜਦੋਂ ਵੱਡਾ ਹਮਲਾ ਹੋਇਆ ਕਿਸਾਨਾਂ ਦੀ ਜ਼ਮੀਨ ਖੋਹਣ ਵਾਲਾ, ਉਹ ਦੋਨੇ ਧੜੇ ਫਿਰ ਜੁੜੇ। ਜਦੋਂ ਉਹ ਦੋਨੇ ਧੜੇ ਜੁੜਦੇ ਆ ਉਸ ਵੇਲੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਇੱਕ ਗੱਲ ਹੋਈ ਕਿ ਇਹਨਾਂ ਨੂੰ ਦੋਹਾਂ ਧੜਿਆਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਹੈ। AIKSCC ਦੇ ਵਿੱਚ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਇਲੈਕਸ਼ਨ ਲੜਨ ਵਾਲੇ ਸੀ, ਵੱਡਾ ਹਿੱਸਾ, ਸਾਰੇ ਤਾਂ ਨਹੀਂ ਕਹੇ ਜਾ ਸਕਦੇ, ਇੱਕ ਵੱਡਾ ਹਿੱਸਾ ਇਲੈਕਸ਼ਨ ਲੜਨ ਵਾਲੇ। ਹੁਣ ਸਾਡੇ ਵਾਲੇ ਪਾਸੇ ਇੱਕ ਵੱਡਾ ਹਿੱਸਾ ਇਲੈਕਸ਼ਨ ਨਾ ਲੜਨ ਵਾਲੇ ਸੀ, ਤਾਂ ਉਹਨਾਂ ਦੇ ਦੋਵਾਂ ਦੇ ਵਿਚਾਰਾਂ ਦਾ ਫਰਕ ਸੀ। ਬਿਲਕੁਲ। ਤਾਂ ਇਹ ਗੱਲ ਇੱਕ ਤੈਅ ਕਰ ਲਈ ਇੱਕ ਨਾਰਮਲੀ ਆਮ ਬੈਠ ਕੇ ਕਿ ਭਾਈ ਜਿੰਨਾ ਚਿਰ ਇਹ ਮੋਰਚਾ ਚੱਲੂਗਾ ਉਹਨਾਂ ਚਿਰ ਕਿਸੇ ਤਰ੍ਹਾਂ ਦੀ ਕੋਈ ਵੀ ਰਾਜਨੀਤੀ ਨਹੀਂ ਕਰੇਗਾ, ਕੋਈ ਪੋਲੀਟੀਕਲ ਧਿਰ ਕਿਸੇ ਦੀ ਆ ਕੇ ਸਾਡੇ ਮੋਰਚੇ ਦੇ ਵਿੱਚੋਂ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰੇਗਾ। ਬਿਲਕੁਲ। ਅਸੀਂ ਉਹਨੂੰ ਅਸੀਂ ਲਾਗੂ ਵੀ ਕੀਤਾ, ਨਾ ਕਿਸੇ ਪੋਲੀਟੀਕਲ ਨੇਤਾ ਨੂੰ ਸਟੇਜ ਤੇ ਆਉਣ ਦਿੱਤਾ, ਨਾ ਅਸੀਂ ਕਿਸੇ ਪੋਲੀਟੀਕਲ ਦੇ ਸਟੇਜ ਤੇ ਗਏ। ਬਿਲਕੁਲ। ਇਹ ਬੰਦਸ਼ਾਂ ਲੱਗੀਆਂ ਹੋਈਆਂ ਸੀ, ਔਰ ਇਹ ਬੰਦਸ਼ਾਂ ਸੀ ਤਾਂ ਹੀ ਨਹੀਂ ਨਾ ਗਏ, ਬੰਦਸ਼ਾਂ ਸੀ ਤਾਂ ਹੀ ਨਹੀਂ ਨਾ ਉਹਨਾਂ ਨੂੰ ਮਤਲਬ ਅਸੀਂ ਸਟੇਜ ਤੇ ਆਉਣ ਦਿੱਤਾ। ਇਟ ਮੀਨਸ ਕਿ ਇਹਦਾ ਕਲੀਅਰ ਹੋ ਗਿਆ ਨਾ ਕਿ ਕਿਤੇ ਨਾ ਕਿਤੇ ਬੰਦਸ਼ ਸੀਗੀ। ਹੁਣ ਉਹ ਮੋਰਚਾ ਜਦੋਂ ਸਾਡੇ 3 ਕਾਨੂੰਨ ਰੱਦ ਹੋ ਗਏ, ਉਸ ਤੋਂ ਬਾਅਦ 3 ਕਾਨੂੰਨ ਰੱਦ ਹੋਣ ਤੋਂ ਬਾਅਦ ਬਾਕੀ ਗੱਲਾਂ ਸਾਡੀਆਂ ਵਿੱਚ ਸੀ, ਜਿਵੇਂ MSP ਦੀ ਗਰੰਟੀ ਦਾ ਕਾਨੂੰਨ ਲੈਣਾ ਸੀ, ਲਖੀਮਪੁਰ ਦੇ ਲੋਕਾਂ ਨੂੰ ਅਸੀਂ ਇਨਸਾਫ ਦਿਵਾਉਣਾ ਸੀ, ਸਾਡੇ ਜਿਹੜੇ ਦੇਸ਼ ਦੇ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਇਕੱਲੇ ਕਿਸਾਨਾਂ ਤੇ ਨਹੀਂ ਮਜ਼ਦੂਰਾਂ ਤੇ ਵੀ ਹੋਏ, ਦੁਕਾਨਦਾਰਾਂ ਤੇ ਹੋਏ, ਉਹਨਾਂ ਲੋਕਾਂ ਦੇ ਜਿਹੜੇ ਸਾਡੇ ਵਿਦੇਸ਼ੀ ਵੀਰ ਬਾਹਰ ਬੈਠੇ ਨੇ NRI ਭਰਾ ਸਾਡੇ, ਜਿਨ੍ਹਾਂ ਨੇ ਬੜੀ ਸਪੋਰਟ ਦਿੱਤੀ ਸਾਨੂੰ, ਲੰਗਰ ਲਾਏ। ਬਿਲਕੁਲ। ਰਖੜਾ ਸਾਹਿਬ ਹੋਰਿਆਂ ਨੇ ਲੰਗਰ ਲਾਈ ਰੱਖਿਆ ਇੱਥੇ ਆਪਣੇ ਦੇ ਸਿੰਘੂ ਬਾਰਡਰ ਤੇ, ਔਰ ਲੋਕਾਂ ਨੂੰ ਸ਼ੈਲਟਰ ਹੋਮ ਵੀ ਬਣਾ ਕੇ ਦਿੱਤੇ। ਬਿਲਕੁਲ। ਔਰ ਉਹਨਾਂ ਨੇ ਆਪਦੀ ਬੇਟੀ ਦੀ ਸ਼ਾਦੀ ਚਾਹਣਾ ਸੀ, ਭਤੀਜੀ ਦੀ ਸ਼ਾਦੀ ਸੀ ਉਹਨਾਂ ਦੀ, ਮੇਰਾ ਖਿਆਲ ਸ਼ਾਇਦ ਭਤੀਜੀ ਸੀ, ਔਰ ਉਹਨਾਂ ਨੂੰ ਮਤਲਬ 에ਅਰਪੋਰਟ ਤੋਂ ਵਾਪਸ ਮੋੜਿਆ ਵੀ ਨਹੀਂ ਜਾਣ ਦੇਣਾ ਤੈਨੂੰ, ਨਹੀਂ ਤਾਂ ਲੰਗਰ ਚੱਕ। ਅਗਰ ਕਿਸਾਨਾਂ ਨੂੰ ਲੰਗਰ ਛਕਾਉਣਾ ਹੈ ਤਾਂ ਫਿਰ ਤੈਨੂੰ ਸ਼ਾਦੀ 'ਚ ਨਹੀਂ ਸ਼ਾਮਲ ਹੋਣ ਦੇਣਾ, ਇੱਥੇ ਉੱਤਰ ਨਹੀਂ ਦੇਣਾ, ਵਾਪਸ ਜਾ। ਕਹਿਣ ਤੋਂ ਭਾਵ ਇੱਥੋਂ ਤੱਕ ਸਰਕਾਰ ਨੇ ਸਖਤੀ ਕੀਤੀ। ਹੁਣ ਉਹਨਾਂ ਸਾਰੇ ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਤਾਂ ਸਾਡੀ ਇੱਕ ਜ਼ਿੰਮੇਵਾਰੀ ਰਹਿ ਗਈ ਨਾ। ਲਖੀਮਪੁਰ ਵਾਲੇ ਜਿਹੜੇ ਨੌਜਵਾਨਾਂ ਨੇ ਵਿਰੋਧ ਕੀਤਾ, ਸਾਡੀ ਕਾਲ ਸੀ ਕਿ BJP ਦਾ ਡਟ ਕੇ ਵਿਰੋਧ ਕਰੋ। UP ਦੇ ਵਿੱਚ BJP ਦੀ ਸਰਕਾਰ ਸੀ, ਲੋਕ ਦਬਦਬਾ BJP ਦਾ ਮੰਨਦੇ ਸੀ, ਨਹੀਂ ਸੀ ਬਾਹਰ ਨਿਕਲੇ, ਲੇਕਿਨ ਉਹ ਜਿਹੜੇ ਲੋਕ ਨਿਕਲੇ ਸਾਡੀ ਕਾਲ ਨੂੰ ਮੰਨ ਕੇ, ਜਿਹੜੇ ਲੋਕ ਬਾਹਰ ਨਿਕਲੇ, ਬਾਹਰ ਨਿਕਲ ਕੇ ਉਹਨਾਂ ਨੇ BJP ਦਾ ਵਿਰੋਧ ਕੀਤਾ ਔਰ ਡਟ ਕੇ ਵਿਰੋਧ ਕੀਤਾ। ਔਰ ਉਹ BJP ਦਾ ਜਿਹੜਾ ਉਹ ਮੰਤਰੀ ਹੈ, ਉਹ ਇੱਕ ਕੁਝ ਦਿਨ ਪਹਿਲਾਂ, ਮੇਰਾ ਖਿਆਲ ਸ਼ਾਇਦ 25 ਤਰੀਕ ਦੀ ਗੱਲ ਹੈ, ਉਹ 25 ਸਤੰਬਰ ਦੀ, ਉਸ ਦਿਨ ਉਹਨੇ ਸ਼ਰੇਆਮ ਲੜ ਕਰਕੇ ਸਾਡੇ ਬੰਦਿਆਂ ਨੂੰ ਚੈਲੰਜ ਕੀਤਾ ਕਿ ਤੁਸੀਂ ਤਾਂ ਮਤਲਬ ਇਹ ਗੱਲਾਂ ਕਰਦੇ ਹੋ, ਵਿਰੋਧ ਕਰਨ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਲਖੀਮਪੁਰ ਹੀ ਛਡਾ ਦੂੰਗਾ ਮੈਂ। ਇੱਥੋਂ ਤੱਕ ਉਹਨਾਂ ਨੇ ਉਸ ਬੰਦੇ ਨੇ ਲੜ ਕੇ ਲੋਕਾਂ ਨੂੰ ਉਹਦੇ 'ਚੋਂ ਲੋਕਾਂ ਦਾ ਗੁੱਸਾ ਹੋਰ ਭੜਕਿਆ, ਤਾਂ ਉੱਥੇ ਉਹਨਾਂ ਦੇ ਮਿਨਿਸਟਰ ਦਾ ਜਹਾਜ਼ ਨਹੀਂ ਲੋਕਾਂ ਨੇ ਮਤਲਬ ਹੈਲੀਪੈਡ ਦੇ ਉੱਤੇ ਉਤਰਨ ਦਿੱਤਾ। ਉਹਦੇ 'ਚ ਉਹਨਾਂ ਨੂੰ ਹੋਰ ਗੁੱਸਾ ਵਧਾ ਕੇ ਔਰ ਉਹਨਾਂ ਨੇ ਮਤਲਬ ਇੱਕ ਗਿਣੀ ਮਿੱਥੀ ਪਲਾਨਿੰਗ, ਦੇਖੋ ਜਿੱਥੋਂ ਉਹਨਾਂ ਨੇ ਜਾਣਾ ਹੈ ਮੰਤਰੀ ਦੇ ਲੜਕੇ ਨੂੰ, ਉੱਥੋਂ 2-3 ਰਸਤੇ ਹੋਰ ਹੈ, ਉੱਧਰ ਦੀ ਜਾਇਆ ਜਾ ਸਕਦਾ ਸੀ ਨਾ। ਅਗਰ ਉਸੇ ਰਸਤੇ ਆਉਂਦੇ ਜਿੱਧਰ ਦੀ ਸਾਡੇ ਕਿਸਾਨ ਆਉਂਦੇ ਆ, ਤੁਸੀਂ ਜੀਪ ਆਉਂਦੀ ਦੇਖੋ ਕਿਤੇ ਵੀਡੀਓ ਦੇ ਵਿੱਚ, ਸਾਡੇ ਕਿਸਾਨ ਮੂਹਰੇ ਇਸ ਤਰ੍ਹਾਂ ਆਰਾਮ ਨਾਲ ਤੁਰੇ ਆਉਂਦੇ ਆ, ਉਹ ਮਗਰੋਂ ਲਿਆ ਕੇ ਜੀਪ ਚੜਾਈ ਆ ਉੱਤੇ। ਇਹਦਾ ਮਤਲਬ ਕਿਸਾਨ ਦਾ ਹਮਲਾਵਰ ਨਹੀਂ ਨਾ, ਕਿਸਾਨ ਤਾਂ ਤੁਰੇ ਆਉਂਦੇ ਆ। ਲੇਕਿਨ ਸਾਡੀ ਕਾਲ ਨੂੰ ਮੰਨ ਕੇ ਉਹ ਇੱਕ ਪ੍ਰੋਗਰਾਮ ਕਰਕੇ ਆ ਰਹੇ ਆ, ਸਾਡੇ ਉਹ ਸ਼ਹੀਦ ਹੋ ਗਏ, ਉਹਨਾਂ ਨੂੰ ਇਨਸਾਫ ਦਿਵਾਉਣਾ ਹਜੇ ਬਾਕੀ ਹੈ। ਉਹ ਛੱਡ ਕੇ ਅਸੀਂ ਇੰਨੀਆਂ ਸਾਰੀਆਂ ਗੱਲਾਂ, ਢੇਰ ਸਾਰੀਆਂ ਗੱਲਾਂ ਅਸੀਂ ਬਾਕੀ ਛੱਡ ਕੇ ਉੱਥੋਂ ਆਏ ਹਾਂ। ਇਹਨੂੰ ਅਸੀਂ ਕਿਵੇਂ ਕਹਿ ਲਾਂਗੇ ਜੀ ਮੋਰਚਾ ਜਿੱਤਿਆ ਗਿਆ? ਮੋਰਚਾ ਤਾਂ ਹਜੇ ਲੜਾਈ ਸਾਡੀ ਜਾਰੀ ਹੈ ਨਾ, ਮੋਰਚਾ ਬਾਕੀ ਹੈ ਹਜੇ ਸਾਡਾ। ਤਾਂ ਜਿੰਨਾ ਚਿਰ ਇਹ ਮੋਰਚਾ ਕੰਪਲੀਟਲੀ ਨਹੀਂ ਜਿੱਤੀਦਾ, ਉਹਨਾਂ ਚਿਰ ਸਾਡੀ ਉਹ ਸ਼ਰਤ ਲਾਗੂ ਹੈ ਕਿ ਅਸੀਂ ਚੋਣਾਂ 'ਚ ਭਾਗ ਨਹੀਂ ਲਵਾਂਗੇ। ਪਰ ਸਰ ਜਿਹੜਾ ਧਰਨਾ ਲਾਇਆ ਹੋਇਆ ਸੀ ਇਹਨੇ ਸਮੇਂ ਤੋਂ ਚੱਲ ਰਿਹਾ ਸੀਗਾ, ਉਹ ਫਿਰ ਧਰਨਾ ਫਿਰ ਕਿਉਂ ਚੱਕਿਆ ਗਿਆ ਜੀ? ਹਾਂ, ਜਿਹੜਾ ਉਦੋਂ ਇਹ ਗੱਲਾਂ ਕਿਉਂ ਨਹੀਂ ਹੋਈਆਂ ਵੀ ਆਪਾਂ ਨੇ ਜਿਹੜਾ ਇਹ ਵੀ ਆਪਾਂ ਨੇ ਹਾਸਲ ਕਰਨਾ, ਇਹ ਵੀ ਫਤਿਹ ਕਰਨੀ ਹੈ ਜਗ੍ਹਾ, ਇਹ ਵੀ ਆਪਾਂ ਜਿਹੜੇ ਨਿਰਦੋਸ਼ ਮਤਲਬ ਅੰਦਰ ਕੇਸ ਪਾਏ ਗਏ ਨੇ ਝੂਠੇ, ਉਹਨਾਂ ਨੂੰ ਵੀ ਛਡਾਣਾਗਾ। ਉਸ ਟਾਈਮ ਕਿਉਂ ਨਹੀਂ ਹੋਇਆ? ਇਹ ਗੱਲਾਂ ਇਹ ਨਹੀਂ ਹੈ ਕਿ ਉਸ ਟਾਈਮ ਗੱਲਾਂ ਨਹੀਂ ਹੋਈਆਂ, ਉਸ ਟਾਈਮ ਇਹ ਗੱਲਾਂ ਹੋਈਆਂ। ਤੁਹਾਨੂੰ ਮੇਰੇ ਕੋਲੇ ਮਤਲਬ ਇੱਕ ਕਿਸੇ ਫੋਰਮ ਦੇ ਚੈਨਲ ਦੇ ਉੱਤੇ
ਰਾਜੇਵਾਲ ਸਾਹਿਬ ਨੇ ਇੰਟਰਵਿਊ ਦਿੱਤੀ ਹੈ, ਉਹ ਮੈਂ ਤੁਹਾਨੂੰ ਉਹਦੀ ਕਲਿੱਪ ਵੀ ਪ੍ਰੋਵਾਈਡ ਕਰਵਾ ਦੂੰਗਾ। ਉਹਦੇ 'ਚ ਰਾਜੇਵਾਲ ਸਾਹਿਬ ਖੁਦ ਮੰਨਦੇ ਆ ਵੀ ਅਸੀਂ ਉੱਥੋਂ ਉੱਠ ਕੇ ਆਉਣਾ ਚਾਹੁੰਦੇ ਸੀ, ਲੇਕਿਨ ਡੱਲੇਵਾਲ ਨਹੀਂ ਸੀ ਉੱਠ ਕੇ ਆਉਣਾ ਚਾਹੁੰਦਾ। ਡੱਲੇਵਾਲ ਇਕੱਲਾ ਨਹੀਂ ਸੀ ਉੱਠ ਕੇ ਆਉਣਾ, ਨਾ ਉੱਠ ਕੇ ਆਉਣ ਵਾਲਿਆਂ 'ਚ ਜੀ ਅਦਰ ਸਟੇਟਾਂ ਵਾਲੀਆਂ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਸੀ ਵੀ ਹਜੇ MSP ਦੀ ਲੜਾਈ, ਕਿਸਾਨਾਂ ਦੇ ਪਰਚਿਆਂ ਦੀ ਲੜਾਈ, ਉਹਨੂੰ ਹਜੇ ਲੜਿਆ ਜਾਏ, ਹਜੇ ਇਹਨੂੰ ਨਾ ਮਤਲਬ ਉਠਾਇਆ ਜਾਏ, ਕਿਉਂਕਿ ਅਸੀਂ ਸਮਝਦੇ ਸੀਗੇ ਕਿ ਯੂਪੀ ਦਾ ਇਲੈਕਸ਼ਨ ਬੜੀ ਇੰਪੋਰਟੈਂਸ ਰੱਖਦਾ। ਦਿੱਲੀ ਦੇ ਲਈ ਯੂਪੀ ਦਾ ਇਲੈਕਸ਼ਨ ਬੜੀ ਇੰਪੋਰਟੈਂਸ ਰੱਖਦਾ ਹੈ। ਅਗਰ ਸਾਡਾ ਅੰਦੋਲਨ ਇੱਥੇ ਇਸੇ ਹਾਲਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਡੈਮੇਜ ਕਰ ਰਿਹਾ ਹੈ, ਬੀਜੇਪੀ ਦੀ ਇਮੇਜ ਜਿਵੇਂ ਡਾਊਨ ਆ ਰਹੀ ਹੈ, ਲੋਕਪ੍ਰਿਯਤਾ ਜਿਸ ਤਰੀਕੇ ਦੇ ਨਾਲ ਡਿੱਗੀ ਬੀਜੇਪੀ ਦੀ, ਜਾਂ ਆਪਾਂ ਸਪਸ਼ਟ ਕਹਿ ਲਈਏ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਦੀ, ਤਾਂ ਇਹ ਮੋਰਚਾ ਅਗਰ ਹੋਰ ਲੰਬਾ ਚੱਲ ਜਾਂਦਾ ਤਾਂ ਮੈਨੂੰ ਲੱਗਦਾ ਪੂਰਨ ਵਿਸ਼ਵਾਸ ਨਾਲ ਇਹ ਕਹੀ ਜਾ ਸਕਦੀ ਹੈ ਗੱਲ ਕਿ ਬੀਜੇਪੀ ਯੂਪੀ ਤੋਂ ਜਿੱਤਦੀ ਨਹੀਂ। ਬਿਲਕੁਲ ਬਿਲਕੁਲ। ਅੱਛਾ, ਉਹ ਕਿੰਨੀ ਵੱਡੀ ਸੱਟ ਸੀ ਜੇ ਅਸੀਂ ਉੱਥੇ ਉਹ ਮਾਰਦੇ ਤਾਂ। ਬਿਲਕੁਲ। ਔਰ ਅਸੀਂ ਚਾਹੁੰਦੇ ਸੀਗੇ, ਸਾਡੇ ਜਿਹੜੀ ਅਦਰ ਸਟੇਟਾਂ ਵਾਲੇ ਵੀਡੀਓ ਉਹ ਚਾਹੁੰਦੇ ਸੀ ਵੀ ਸਾਨੂੰ ਹਜੇ ਮੋਰਚਾ ਨਹੀਂ ਚੱਕਣਾ ਚਾਹੀਦਾ। ਬਿਲਕੁਲ, ਸਾਨੂੰ ਇਹ ਤੋਂ ਲੜਨਾ ਚਾਹੀਦਾ। ਬਿਲਕੁਲ ਜੀ, ਲੜਨਾ ਚਾਹੀਦਾ ਸੀ। ਕਈ ਗੱਲਾਂ ਐਸੀ ਸੀ ਜਿਹੜੀਆਂ ਇਹ ਜਿੱਤ ਹਾਸਲ ਕਰਨੀ ਅਧੂਰੀ ਸੀ ਉਹ, ਪਰ ਓਨਲੀ ਆਪਾਂ ਗੱਲ ਕਰਦੇ ਜਾਂ ਰਾਜੇਵਾਲ ਸਾਹਿਬ ਦੀ ਵੀ ਇਕੱਲਾ ਇਹੀ ਜੀ ਕੀ ਗੱਲ ਸੀ ਵੀ ਇਹੀ ਚੱਕਰ ਨੂੰ ਤਿਆਰ ਹੋਏ ਸੀ? ਨਹੀਂ, ਰਾਜੇਵਾਲ ਇਕੱਲਾ ਨਹੀਂ ਚੱਕਰ ਨੂੰ ਤਿਆਰ ਹੋਇਆ, ਇਹਨੂੰ ਇਕੱਲੇ ਰਾਜੇਵਾਲ ਤੇ ਸਿੱਟਣੀ ਨਹੀਂ ਵਾਜਬ ਠੀਕ ਗੱਲ ਇਹ ਇੱਕ ਮਤਲਬ ਜਿਹੜੀਆਂ ਪੰਜਾਬ ਦੇ ਅੰਦਰ ਇੱਕ ਧੜਾ ਪੂਰੇ ਦਾ ਪੂਰਾ 24-25 ਜਥੇਬੰਦੀਆਂ ਪੰਜਾਬ ਦੀਆਂ, ਜੇ ਮੈਂ ਇਹ ਕਹਾਂ ਤੇ ਮਤਲਬ ਮੈਨੂੰ ਲੱਗਦਾ ਕੋਈ ਮਤਲਬ ਗਲਤ ਨਹੀਂ ਹੋਏਗਾ, ਉਹ ਸਾਰੀਆਂ ਦੀਆਂ ਸਾਰੀਆਂ, ਕੋਈ ਅਸੀਂ ਤਾਂ ਮੀਟਿੰਗਾਂ 'ਚ ਬੈਠਦੇ ਰਹੇ ਰੋਜ਼, ਸਾਡੇ ਨਾਲ ਤਾਂ ਮੀਟਿੰਗਾਂ 'ਚ ਬਹਿਸਾਂ ਹੁੰਦੀਆਂ ਰਹੀਆਂ ਇਹਨਾਂ ਗੱਲਾਂ ਦੀਆਂ। ਅਸੀਂ ਕਹਿੰਦੇ ਸੀ ਵੀ ਹਜੇ ਮੋਰਚਾ ਨਹੀਂ ਚੱਕਣਾ ਚਾਹੀਦਾ, ਹਜੇ ਇਹਨੂੰ ਹੋਰ ਲੜੋ, ਹਜੇ ਹੋਰ ਲੰਬਾ ਲੜਨਾ ਚਾਹੀਦਾ, MSP ਦੀ ਗਰੰਟੀ ਦਾ ਕਾਨੂੰਨ ਲੈ ਬਿਨਾਂ ਨਹੀਂ ਉੱਠਣਾ ਚਾਹੀਦਾ, ਅਦਰ ਸਟੇਟਾਂ ਦੇ ਨਾਲ ਬੇਇਨਸਾਫੀ ਹੈ, ਸਾਡੇ ਲਖੀਮਪੁਰ ਵਾਲਿਆਂ ਨੂੰ ਇਨਸਾਫ ਦਿਵਾਉਣਾ ਚਾਹੀਦਾ, ਹਰਿਆਣੇ ਦੇ ਵਿੱਚ 48,000 ਲੋਕਾਂ ਦੇ ਪਰਚੇ ਦਰਜ ਹੋਏ ਆ, ਉਹਨਾਂ ਦੀ ਬੰਦ ਖਲਾਸੀ ਕਿਵੇਂ ਹੋਏਗੀ? ਉਹ ਸਾਰੀਆਂ ਗੱਲਾਂ ਅਸੀਂ ਕਹਿੰਦੇ ਸੀ। ਲੇਕਿਨ ਇਹ ਜਿਹੜੇ ਸਾਡੇ ਵੀਰ ਨੇ ਇਹਨਾਂ ਨੂੰ ਕਈ ਗੱਲਾਂ ਨਿਕਲ ਕੇ ਸਾਹਮਣੇ ਬਾਅਦ 'ਚ ਤਾਂ ਆਈਆਂ ਕਿ ਕੁਝ ਵੀਰਾਂ ਨੇ ਤਾਂ ਮਤਲਬ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਵੀ ਯਤਨਸ਼ੀਲ ਹੋ ਗਏ ਕਿ ਮਤਲਬ ਠਾਓ ਮੋਰਚਾ ਫਟਾਫਟ ਚੱਲ ਗਏ। ਮੋਰਚਾ ਦਾ ਮਤਲਬ ਜਿਹੜਾ ਫਾਈਨਲ ਫੈਸਲਾ ਹੁੰਦਾ ਹੈ ਇਹ ਹੁੰਦਾ ਹੈ ਜੀ 9 ਦਸੰਬਰ ਨੂੰ ਜੀ। ਸਰਕਾਰ 19 ਨਵੰਬਰ ਨੂੰ ਅਨਾਉਂਸ ਕਰਦੀ ਹੈ ਵੀ 3 ਕਾਨੂੰਨ ਵਾਪਸ। 19 ਨਵੰਬਰ ਤੋਂ ਲੈ ਕੇ 9 ਦਸੰਬਰ ਤੱਕ ਉਹ ਜਿਹੜੇ 20 ਦਿਨ ਲਗਾਏ ਆ ਉਹ ਸਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਲਗਾਏ ਆ, ਔਰ ਉਹਨੂੰ ਮੋਰਚੇ ਨੂੰ ਕਮਜ਼ੋਰ ਕਰਨ ਦੀ ਖਾਤਰ ਕੁਝ ਜਥੇਬੰਦੀਆਂ ਨੇ ਟਰਾਲੀਆਂ 'ਚ ਜਾ ਕੇ, ਤੰਬੂਆਂ 'ਚ ਜਾ ਕੇ ਮੀਟਿੰਗਾਂ ਕੀਤੀਆਂ। ਕੁਝ ਲੰਗਰਾਂ ਵਾਲੇ ਬੰਦੇ ਮਤਲਬ ਭੁਗਤ ਸਕਦੇ ਨੇ ਅੱਜ ਵੀ, ਕਿ ਜਿਹੜੇ ਕਹਿਣਗੇ ਵੀ ਸਾਨੂੰ ਫਲਾਣੇ ਲੀਡਰ ਨੇ ਆ ਕੇ ਕਿਹਾ ਵੀ ਲੰਗਰ ਚੱਕੋ ਤੇ ਚੱਲਿਓ। ਸਰ ਜਰਾ ਦੱਸੋਗੇ ਵੀ ਉਹ ਕਿਹੜੀ ਸ਼ਖਸੀਅਤ ਸੀ? ਦੇਖੋ, ਤੁਸੀਂ ਲੰਗਰਾਂ ਵਾਲਿਆਂ ਨੂੰ ਮਿਲ ਲਓ, ਬਹੁਤ ਸਾਰੇ ਬੰਦੇ ਨੇ। ਨਹੀਂ ਸਰ, ਉਹ ਤਾਂ ਲੰਗਰਾਂ ਨੂੰ ਪਤਾ, ਤੁਹਾਨੂੰ ਵੀ ਪਤਾ ਵੀ ਸਾਡੇ ਜਥੇਬੰਦੀਆਂ ਵਿੱਚੋਂ ਕੁਝ ਸ਼ਖਸੀਅਤਾਂ ਇਹ ਜਿਹੀਆਂ ਨੇ ਦੇਖੋ, ਸਾਡੇ ਮੋਰਚੇ ਨੂੰ ਕਮਜ਼ੋਰ ਕਰਨੀ ਹੈ। ਮੈਂ ਸਾਹਮਣੇ ਹੋਈ ਮੇਰੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ। ਬਿਲਕੁਲ ਜੀ, ਪਰ ਉਹ ਕਿਹੜੀ ਸ਼ਖਸੀਅਤ ਸੀ? ਸਾਡੇ ਸਾਹਮਣੇ ਸਾਰਾ ਕੁਝ ਹੋਇਆ। ਮੈਂ ਜੇ ਕਹਾਂ ਕਿ ਇਹ ਜਿਹੜੀਆਂ 25 ਜਥੇਬੰਦੀਆਂ ਜਿਨ੍ਹਾਂ ਨੇ ਆ ਕੇ ਇੱਥੇ SSM ਬਣਾਉਣਾ ਸੀ ਜੀ, ਕਿਤੇ ਨਾ ਕਿਤੇ ਇਹਨਾਂ ਸਾਰਿਆਂ ਦਾ ਹੀ ਉਹਦੇ ਵਿੱਚ ਯੋਗਦਾਨ ਰਿਹਾ। ਜਿਹੜੇ ਤੋਂ ਕੁਝ ਤਾਂ ਜਥੇਬੰਦੀਆਂ ਇਹ ਜਿਹੀਆਂ ਸੀ ਝੋਲਾ ਛਾਪ ਸੀ, ਜਿਨ੍ਹਾਂ ਦੇ ਕੋਲੇ ਤਾਂ ਬੰਦਾ ਹੈ ਨਹੀਂ ਸੀ ਕੋਈ, ਜਿਹਦੇ ਕੋਲੇ ਬੰਦਾ ਹੀ ਹੈ ਨਹੀਂ, ਉਹ ਮੀਟਿੰਗ ਕਰਕੇ ਕਿਸੇ ਨੂੰ ਕੀ ਕਹੂਗਾ ਵੀ ਚਲੋ ਉੱਠੋ, ਉਹਨੇ ਤਾਂ ਇਕੱਲੇ ਨੇ ਝੋਲਾ ਚੱਕ ਕੇ ਤੁਰਨਾ ਹੈ, ਉਹ ਭਾਵੇਂ ਅੱਜ ਚੱਕ ਕੇ ਤੁਰ ਪਏ ਤੇ ਭਾਵੇਂ ਕੱਲ ਚੱਕ ਕੇ ਤੁਰ ਪਏ। ਉਹ ਛੋਟੇ ਟ੍ਰੇਨ, ਛੋਟੇ ਇੰਜਨ ਸੀ, ਮਤਲਬ ਜਿਹੜੇ ਵੱਡੇ ਇੰਜਨ ਸੀਗੇ ਚੱਕਣ ਵਾਲੇ, ਉਹ ਜਿਹੜੀਆਂ ਕੁਝ ਜਥੇਬੰਦੀਆਂ ਜਿਨ੍ਹਾਂ ਦਾ ਕੁਝ ਕੈਡਰ ਸੀਗਾ, ਕਿਸੇ ਦੀਆਂ 5 ਟਰਾਲੀਆਂ, ਕਿਸੇ ਦੀਆਂ 7 ਟਰਾਲੀਆਂ, ਕਿਸੇ ਦੀਆਂ 10 ਟਰਾਲੀਆਂ, ਉਹ ਜਿਹੜੀਆਂ ਬੈਠੀਆਂ ਸੀ ਉੱਥੇ, ਉਹਨਾਂ ਨੇ ਮਤਲਬ ਮੋਰਚੇ ਦੇ ਵਿੱਚੋਂ 26 ਤਰੀਕ ਨੂੰ 27 ਤਰੀਕ ਨੂੰ ਜਾ ਕੇ ਮੀਟਿੰਗਾਂ ਕਰਕੇ ਜੀ ਲੋਕਾਂ ਨੂੰ ਮਤਲਬ ਉਠਾਉਣਾ ਸ਼ੁਰੂ ਕਰਤਾ। ਹੁਣ ਮੰਨ ਲਓ ਮੈਂ ਬੈਠਾ, ਮੈਂ ਜਿੰਨਾ ਚਿਰ ਉੱਥੇ ਬੈਠਾ, ਅਗਰ ਮੇਰੀ ਜਥੇਬੰਦੀ ਦੀ ਕੋਈ ਟਰਾਲੀ ਤੁਰਦੀ ਹੈ ਤਾਂ ਉਹਦਾ ਜਵਾਬ ਦੇ ਤਾਂ ਮੈਂ ਆ ਨਾ। ਬਿਲਕੁਲ, ਉਹਦਾ ਜਵਾਬ ਦੇ ਮੈਂ ਆ। ਮੇਰੀ ਕਿਉਂ ਟਰਾਲੀ ਤੁਰੇ ਜਿੰਨਾ ਚਿਰ ਮੋਰਚਾ ਚੱਲੀ ਜਾਂਦਾ? ਅਗਰ 26 ਤਰੀਕ ਨੂੰ ਮੋਰਚਾ ਖਤਮ ਹੁੰਦਾ ਸਾਡਾ 29 ਨੂੰ 9 ਦਸੰਬਰ ਨੂੰ, ਟਰਾਲੀਆਂ ਸਾਡੀਆਂ 26 ਨਵੰਬਰ ਨੂੰ ਤੁਰਨੀਆਂ ਸ਼ੁਰੂ ਹੋ ਜਾਂਦੀਆਂ। ਕਿਉਂ ਹੋਣਗੀਆਂ? ਕਿਹਦੀਆਂ ਹੋਣਗੀਆਂ? ਕਿਉਂ ਨਹੀਂ ਉਹ ਆਪਦੀਆਂ ਟਰਾਲੀਆਂ ਨੂੰ ਰੋਕਦੇ ਉਹ ਬੰਦੇ ਉੱਥੇ? ਠੀਕ ਹੈ ਨਾ ਗੱਲ। ਤੇ ਕੁਝ ਜਥੇਬੰਦੀਆਂ ਨੇ ਤਾਂ ਮਤਲਬ ਸਾਡੇ ਬੰਦਿਆਂ ਨੂੰ ਇਹ ਕਿਹਾ ਵੀ ਤੁਹਾਡੇ ਪ੍ਰਧਾਨ ਨੂੰ ਰੋਕੋ ਜੀ,
ਇੱਕ ਲੰਗਰ ਤੇ ਰੋਟੀ ਰਾਟੀ ਖਾਣ ਜਾਂਦੇ ਹੁੰਦੇ ਸੀ। ਮੈਨੂੰ ਲੰਗਰ ਦਾ ਐ ਨਹੀਂ ਯਾਦ ਆ ਰਿਹਾ ਉਹ ਕਿਹੜੇ ਪਿੰਡ ਦਾ ਲੰਗਰ ਸੀਗਾ, ਸਾਡੀ ਜਥੇਬੰਦੀ ਦੇ ਬੰਦੇ, ਔਰ ਉਹ ਲੰਗਰ ਸੀ ਹਰਮੀਤ ਕਾਦੀਆਂ ਦੀ ਜਥੇਬੰਦੀ ਦਾ। ਅੱਛਾ ਜੀ। ਔਰ ਉਹ ਬੰਦੇ ਮਤਲਬ ਸਾਡੇ ਬੰਦਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਆਪਦੇ ਪ੍ਰਧਾਨ ਨੂੰ ਸਮਝਾਓ ਯਾਰ ਵੀ ਉਹ ਮਤਲਬ ਮੋਰਚੇ ਤੋਂ ਮਤਲਬ ਉੱਠਣ ਨੂੰ ਤਿਆਰ ਨਹੀਂ, ਉਹਨੂੰ ਉਠਾਓ। ਤੁਹਾਡਾ ਮੋਰਚਾ ਮਤਲਬ ਤੁਹਾਡੀ ਜਿਹੜੀ ਜਿੰਨੀ ਵੀ ਯੂਨੀਅਨ ਦੇ ਮੈਂਬਰ ਸੀਗੇ ਸਾਰੇ ਮੋਰਚੇ 'ਚ ਬੈਠਣ ਨੂੰ ਤਿਆਰ ਸੀਗੇ? ਨਹੀਂ ਸਾਡੇ ਇਕੱਲੇ ਨਹੀਂ, ਹੋਰ ਬਹੁਤ ਸਾਰੇ ਲੋਕ ਹੋਰ ਵੀ ਤੁਹਾਡੇ ਨਾਲ ਬੜੇ ਸਹਿਯੋਗੀ ਸੀ। ਬਹੁਤ ਸਾਰੇ ਲੋਕ ਬੈਠਣ ਨੂੰ ਤਿਆਰ ਕੁਝ ਸੀਗੇ ਜੋ ਮਤਲਬ ਕਮਜ਼ੋਰ ਕਰ ਰਹੇ ਸੀ। ਦੇਖੋ ਉਹਦੇ ਚ ਕੀ ਆ ਤੇ ਉਹ ਸਰ ਉਹੀ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਕਿਹੜੀ ਸ਼ਖਸੀਅਤ ਸੀ, ਥੋੜਾ ਜਿਹਾ ਅਸੀਂ ਉਹ ਚਾਨਣ ਪਾਉਣਾ ਚਾਹੁੰਦੇ ਹਾਂ ਵੀ ਨਾਮ ਤੁਹਾਨੂੰ ਸਰ ਪਤਾ ਵੀ ਅਸੀਂ ਕੀ ਕਰਨਾ, ਤੁਸੀਂ ਖੁੱਲ ਕੇ ਨਾਮ ਵੀ ਨਹੀਂ ਲੈ ਰਹੇ। ਪਤਾ ਗੱਲ ਕੀ ਮੈਂ ਦੱਸਦਾ ਮੈਨੂੰ ਇੱਕ ਜਿਹੜੀ ਗੱਲ ਹੈ, ਮੈਂ ਬਹੁਤ ਗੱਲਾਂ ਤੁਸੀਂ ਇਹਦਾ ਰਿਕਾਰਡ ਪਿਆ ਸਾਡੇ ਕੋਲੇ। ਤੁਸੀਂ ਸਾਡਾ ਸੰਯੁਕਤ ਆਪਣਾ ਕਿਸਾਨ ਏਕਤਾ ਮੋਰਚਾ ਜੀ ਜਿਹੜਾ ਸਾਡਾ ਪੇਜ ਹੈ ਉਸ ਵੇਲੇ ਬੜਾ ਚੱਲਿਆ, ਉਹ ਪੇਜ ਨੂੰ ਚੱਕੋ ਤੁਸੀਂ, ਉਹ ਪੇਜ ਤੋਂ ਤੁਹਾਨੂੰ ਬਹੁਤ ਕੁਝ ਸਾਹਮਣੇ ਆ ਜਾਊਗਾ। ਚੱਲੀਆਂ ਜਿਹੜੀਆਂ ਮਤਲਬ ਸਟੇਜਾਂ ਤੇ ਲਾਈਵ ਹੋਇਆ, ਕੌਣ ਲੀਡਰ ਕੀ ਬੋਲ ਰਿਹਾ ਹੈ, ਕੌਣ ਲੀਡਰ ਕੀ ਬੋਲ ਰਿਹਾ ਹੈ ਜੀ, ਉਹ ਸਾਰਾ ਕੁਝ ਤੁਹਾਡੇ ਕੋਲ ਸਾਹਮਣੇ ਮਤਲਬ ਪਿਕਚਰ ਆ ਜਾਣਗੀਆਂ। ਤਾਂ ਮੈਂ ਇੱਕ ਨਹੀਂ ਹੈ, ਮੈਂ ਬਹੁਤ ਸਾਰੇ ਉੱਥੇ ਤੁਹਾਨੂੰ ਮੈਂ ਤਾਂ ਇੱਕੋ ਹੀ ਗੱਲ 'ਚ ਮੁਕਾਤੀ ਨਾ ਗੱਲ ਵੀ 25-26 ਆ ਜਿਹੜੇ ਜਿਨ੍ਹਾਂ ਨੂੰ ਆ ਕੇ ਇਲੈਕਸ਼ਨ ਲੜਨ ਦੀ ਕਾਹਲ ਸੀ, ਉਹਨਾਂ ਦੀ ਸਾਰਿਆਂ ਦੀ ਇੱਕ ਪਲਾਨਿੰਗ ਨਾਲ ਇਹ ਵਿਉਂਤ ਬਣੀ ਸੀ ਕਿ ਮੋਰਚੇ ਨੂੰ ਇਸ ਤਰ੍ਹਾਂ ਨਹੀਂ ਇਹਨਾਂ ਨੇ ਉੱਠਣ ਦੇਣਾ, ਮੋਰਚਾ ਕਮਜ਼ੋਰ ਕਰ ਦਿਓ। ਤੇ ਆਪੇ ਜਦੋਂ ਇੱਕ ਟਰਾਲੀ ਕੋਲੋਂ ਤੁਰਦੀ ਹੈ ਤਾਂ ਦੂਜਾ ਹੌਸਲਾ ਹੀ ਛੱਡ ਜਾਂਦਾ ਹੈ, ਕਹਿੰਦੇ ਆਪਾਂ ਵੀ ਚੱਲੋ, ਫਿਰ ਵੀ ਜਾਂਦੇ ਤਾਂ ਆਪਾਂ ਵੀ ਚੱਲੋ। ਉਹ ਇੱਕ ਤਰ੍ਹਾਂ ਦਾ ਮਤਲਬ ਕਿ ਸਾਜ਼ਿਸ਼ ਦੇ ਨਾਲ ਮੋਰਚੇ ਨੂੰ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਹੋਈ ਉੱਥੇ, ਜਿਹਦੇ ਵਿੱਚੋਂ ਮੈਂ ਤਾਂ ਇਹ ਸਮਝੂਗਾ ਕਿ ਸਾਡੇ ਚੋਂ ਕੋਈ ਘੱਟ ਨਹੀਂ ਰਿਹਾ। ਇਹ 25 ਜਥੇਬੰਦੀਆਂ ਜਿਨ੍ਹਾਂ ਨੇ ਆ ਕੇ ਇਲੈਕਸ਼ਨ ਲੜਨੀਆਂ ਸੀ SSM ਬਣਾ ਕੇ, ਉਹ ਸਾਰਿਆਂ ਨੇ ਵੱਡਾ ਇਸ਼ਾਰਾ ਸਮਝੀਏ ਸਰ ਵੀ ਉਹ ਇਲੈਕਸ਼ਨ ਲੜੇ ਨੇ ਉਹਨਾਂ ਵਿੱਚ ਹੀ ਸ਼ਖਸੀਅਤਾਂ ਨੇ। ਪਰ ਸਰ ਦੂਸਰੀ ਗੱਲ ਇਹ ਜੀ, ਇਹ ਤਾਂ ਚਲੋ ਕਮਜ਼ੋਰ ਕਰ ਰਹੇ ਸੀ ਮੋਰਚਾ, ਉਹ ਸ਼ਖਸੀਅਤਾਂ ਸੀ। ਜਿਹੜੀ ਇਲੈਕਸ਼ਨ ਲੜਨ ਦਾ ਇੱਕ ਡਿਸੀਜਨ ਸੀਗਾ ਉਹ ਪੂਰੇ ਸਾਰੇ ਮੋਰਚੇ ਦਾ ਹੀ ਸੀਗਾ ਜਾਂ ਕੁਝ ਹੀ ਬੰਦਿਆਂ ਦਾ ਸੀ? ਨਹੀਂ ਮੋਰਚੇ ਦਾ, ਕਿਉਂਕਿ ਸਾਰੇ ਬੰਦੇ ਮਤਲਬ ਇਹ ਵੀ ਚਾਹੁੰਦੇ ਜਿਹੜੀ ਇੱਕ ਪਾਵਰ ਤੁਹਾਡੀ ਬਣੀ ਸੀ ਕਿਸਾਨ ਯੂਨੀਅਨ ਦੀ, ਉਹ ਐਡੀ ਪਾਵਰ ਸੀਗੀ, ਉਹ ਇੱਕ ਵਿਧਾਇਕ MP ਲਾ ਲਓ, MLA ਜੋ ਵੀ ਆ, ਉਸ ਤੋਂ ਵੀ ਵੱਡੀ ਪਾਵਰ ਸੀ ਉਹ, ਜਿਹਨੇ ਕਿ ਸਰਕਾਰ ਪ੍ਰਧਾਨ ਮੰਤਰੀ ਤੱਕ ਖਿਲਾਤਾ, ਪੂਰੇ ਦੁਨੀਆ ਵਿੱਚ ਪ੍ਰਚਾਰ ਹੋਇਆ ਜੀ। ਜਦੋਂ ਐਡੀ ਵੱਡੀ ਤੁਹਾਡੇ ਕੋਲ ਪਾਵਰ ਤਾਕਤ ਸੀ ਇਕਜੁੱਟ ਦਾ ਜੀ, ਏਕਤਾ ਦਾ, ਤਾਂ ਫਿਰ ਇਲੈਕਸ਼ਨ ਲੜਨ ਦਾ ਜਿਹੜਾ ਇੱਕ ਡਿਸੀਜਨ ਸੀ ਉਹ ਕਿਉਂ ਲਿੱਤਾ ਗਿਆ ਜੀ? ਨਹੀਂ ਉਹ ਮੈਂ ਦੱਸਦਾ ਗੱਲ, ਦੇਖੋ ਉਹ 'ਚ ਹੋਇਆ ਕੀ, ਇਹ ਤਾਂ ਸੁਭਾਵਿਕ ਹੈ ਕਿ ਹਰ ਆਦਮੀ ਨੂੰ ਲੋਕਤੰਤਰ ਰਾਜ ਦੇ ਵਿੱਚ ਦੇਸ਼ 'ਚ ਰਹਿੰਦੇ ਆ, ਹਰ ਇੱਕ ਆਦਮੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਇਲੈਕਸ਼ਨ ਲੜਨ ਦਾ, ਇਹ ਤਾਂ ਹੈ। ਲੇਕਿਨ ਅਸੀਂ ਕਿਸੇ ਬੰਦਿਸ਼ 'ਚ ਖੜੇ ਹਾਂ। ਅਗਰ ਅਸੀਂ SKM ਬਣਾਇਆ ਨਾ, ਉਹ ਇੱਕ ਬੰਦਿਸ਼ ਦੇ ਵਿੱਚ ਹੋ ਕੇ ਬਣਾਇਆ ਮੈਂ। ਜਿੰਨਾ ਚਿਰ SKM ਦੀ ਪੂਰੀ ਲੜਾਈ ਨਹੀਂ ਜਿੱਤੀ ਜਾਂਦੀ, ਪੂਰੇ ਫੈਸਲੇ ਕੰਪਲੀਟਲੀ ਹੁੰਦੇ ਨਹੀਂ, ਉਹਨਾਂ ਚਿਰ ਸਾਨੂੰ ਕਿਸੇ ਤਰ੍ਹਾਂ ਦੀ ਵੀ ਇਹ ਹਰਕਤ ਕਰਨੀ ਉਹ SKM ਲਈ ਘਾਤਕ ਸੀ। ਔਰ ਲਗਾਤਾਰ ਅਸੀਂ ਜਦੋਂ ਉੱਥੇ ਵੀ ਗੁਪਤ ਮੀਟਿੰਗਾਂ ਹੁੰਦੀਆਂ ਰਹੀਆਂ, ਕੁਝ ਜਥੇਬੰਦੀਆਂ ਦੇ ਇਹ 24-25 ਜਥੇਬੰਦੀਆਂ ਮਤਲਬ ਪਾਸੇ ਮੀਟਿੰਗਾਂ ਕਰਦੀਆਂ ਰਹੀਆਂ ਵੀ ਇਲੈਕਸ਼ਨ ਲੜਨੀ ਹੈ ਜਾ ਕੇ। ਮੈਂ ਤਾਂ ਇਹ ਵੀ ਕਹੂੰਗਾ ਕਿ ਕੁਝ ਬੁੱਧੀਜੀਵੀ, ਜਿਵੇਂ ਮੈਂ ਨਾਂ ਲੈਣ 'ਚ ਵੀ ਗੁਰੇਜ਼ ਨਹੀਂ ਕਰੂੰਗਾ, ਪ੍ਰੋਫੈਸਰ ਮਨਜੀਤ ਸਿੰਘ ਵਰਗੇ, ਇਹਨਾਂ ਨੇ ਬੜਾ ਸਾਡੇ ਬੰਦਿਆਂ ਨੂੰ ਜਾ ਕੇ ਮਤਲਬ ਉੱਥੇ ਇਹ ਦਿਖਾਇਆ ਸਬਜ਼ ਬਾਗ, ਵੇਖੋ ਜੀ ਪੰਜਾਬ ਤੁਹਾਡਾ ਰਾਹ ਉਡੀਕਦਾ ਹੈ, ਪੰਜਾਬ ਤੁਹਾਨੂੰ ਉਡੀਕ ਰਿਹਾ ਹੈ, ਪੰਜਾਬ ਤੁਹਾਡੇ ਬੰਨੀ ਵੇਖਦਾ ਹੈ। ਤਾਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾਗਾ ਵੀ ਇਹ ਕਿੱਡੇ ਬੁੱਧੀਜੀਵੀ ਨੇ, ਕਿੱਡੇ ਸਿਆਣੇ ਨੇ। ਜਿਵੇਂ ਤੁਸੀਂ ਨੋਟ ਕਰੋ, ਉਹੋ ਜਿਹੇ ਤੇ ਵਿਸ਼ਵਾਸ ਕਰਨ ਵਾਲੇ ਬੰਦੇ ਸੀ ਸਾਡੇ, ਕਿ ਜੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੀ ਵੀ ਪਾਰਟੀ 'ਚ ਰਲਿਆ, ਆਪਣੇ ਆਪ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਵੀ ਉਸ ਪਾਰਟੀ ਦਾ ਕੁਝ ਬਣ ਦਿੱਤਾ ਹੈ। ਜਦੋਂ ਪਾਰਟੀ ਬਣਾ ਲਈ ਮਨਪ੍ਰੀਤ ਨੇ, ਇਹ ਭੱਜ ਕੇ ਉਹਦੇ 'ਚ ਰਲਿਆ, ਜ਼ੀਰੋ ਹੋਇਆ, ਕੱਖ ਪੱਲੇ ਉਹਨਾਂ ਦੇ ਨਹੀਂ ਪਿਆ। ਹੋਰ ਪਾਰਟੀਆਂ ਬਣੀਆਂ, ਅਖੀਰ ਆਮ ਆਦਮੀ ਪਾਰਟੀ 'ਚ ਵੀ ਵੜਿਆ ਰਿਹਾ, ਇਹਨਾਂ ਨੇ ਵੀ ਕੱਢ ਕੇ ਪਾਸੇ ਕਰਤਾ। ਤਾਂ ਅੱਜ ਇੱਥੇ ਆ ਕੇ ਲਗਾਤਾਰ ਜ਼ੋਰ ਲਾ ਕੇ ਇੱਥੇ ਇਸ ਬੰਦੇ ਨੇ ਇਹਨਾਂ ਨੂੰ ਕਿਉਂਕਿ ਅਸੀਂ ਤਾਂ ਗੱਲ ਕਰ ਸਕਦੇ ਹਾਂ ਕਿਉਂਕਿ ਅਸੀਂ ਵੀ ਤਾਂ ਉੱਥੇ ਮਤਲਬ ਮੋਰਚੇ ਦੇ ਵਿੱਚ ਬੈਠੇ ਸੀ। ਕਦੇ ਨਾ ਕਦੇ ਸਾਡੇ ਨਾਲ ਵੀ ਪ੍ਰੋਫੈਸਰ ਸਾਹਿਬ ਵਰਗਿਆਂ ਦੀਆਂ ਗੱਲਾਂ ਹੋਈਆਂ ਹੋਣਗੀਆਂ ਨਾ ਵੀ ਜੀ, ਲੋਕ ਤੁਹਾਡਾ ਰਾਹ ਲੀਕਦੇ ਨੇ, ਲੋਕ ਤੁਹਾਨੂੰ ਮੱਥੇ ਤੇ ਹੱਥ ਲੀਕਦੇ ਆ। ਹੁਣ ਤਾਂ ਸਾਨੂੰ ਜਾ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਮਾਰਕਾ ਮਾਰਨਾ ਚਾਹੀਦਾ। ਮਤਲਬ ਕਹਿੰਦਾ ਭਾਵ ਸਰ ਕੁਛ ਤਾਂ ਚਾਹੁੰਦੇ ਸੀਗੇ ਉਹ, ਕੁਛ ਕੇ ਹੱਲਾਸ਼ੇਰੀ, ਇਹੋ ਜਿਹੀਆਂ ਹੱਲਾਸ਼ੇਰੀਆਂ, ਇਹ ਜਿਹੀਆਂ ਹੱਲਾਸ਼ੇਰੀਆਂ ਨੇ ਸਬਜ਼ ਬਾਗ ਵਿਖਾਤੇ ਕਿ ਜੀ ਦੇਖੋ ਪੂਰਾ ਪੰਜਾਬ ਅੱਜ ਦਾ ਤੁਹਾਡੇ ਨਾਲ ਹੈ। ਉਹ ਫੁੱਲ ਵਰਸਦੇ ਆਏ,
ਲੋਕਾਂ ਨੇ ਤਾਂ ਜਿੱਤ ਨੂੰ ਫੁੱਲ ਵਰਸਾਏ ਸੀ। ਬਿਲਕੁਲ ਜੀ। ਇੱਥੇ ਉਹ ਮੰਨ ਲਿਆ ਵੀ ਲੋਕ ਹੁਣ ਮਤਲਬ ਵੋਟਾਂ ਵੀ ਦੇ ਵਿੱਚ ਵੀ ਇਹ ਬਣ ਜਾਈ ਗੱਲ ਇਹ। ਤੋਂ ਉਹਨਾਂ ਨੂੰ ਅਸੀਂ ਇੱਥੇ ਵੀ ਜਦੋਂ ਪੰਜਾਬ 'ਚ ਆ ਕੇ ਵੀ ਮੀਟਿੰਗਾਂ ਹੋਈਆਂ, ਅਸੀਂ ਉਦੋਂ ਵੀ ਕਿਹਾ ਵੀ ਦੇਖੋ ਆਪਾਂ ਗਲਤੀ ਨਾ ਕਰੋ, ਆਪਣੀ ਲੜਾਈ ਹਜੇ ਲੜਨੀ ਬਾਕੀ ਹੈ। ਅਗਰ ਅਸੀਂ ਪੋਲੀਟੀਕਲ ਹੋ ਜਾਵਾਂਗੇ ਤਾਂ ਸਾਨੂੰ ਬੀਜੇਪੀ ਪਹਿਲੇ ਹੀ ਟਾਰਗੇਟ ਕਰ ਰਹੀ ਹੈ ਕਿ ਰਾਜਨੀਤੀ ਕਰਨਾ ਇਹ ਰਾਜਨੀਤੀ ਕਰਦੇ ਆ। ਅਗਰ ਆਪਾਂ ਰਾਜਨੀਤੀ ਕਰ ਬੈਠਾਂਗੇ ਨਾ ਤੇ ਆਪਣਾ ਨੁਕਸਾਨ ਹੋ ਜਾਊਗਾ, ਬਚੋਗੇ ਤਾਂ। ਲੇਕਿਨ ਉਸ ਵੇਲੇ ਸਾਡੇ ਵੀਰਾਂ ਦੇ ਦਿਮਾਗ ਤੇ ਇਹ ਸੀਗਾ ਗੱਲ ਵੀ ਸਾਡੀ ਸਰਕਾਰ ਹੀ ਬਣ ਜਾਣੀ ਹੈ। ਤੋਂ ਉਸ ਵੇਲੇ ਇਹਨਾਂ ਸਾਰਿਆਂ ਨੇ ਮਤਲਬ ਇਹ ਬਣਾਈ, ਐਸਐਸਐਮ ਬਣਾਈ ਤੋਂ ਅੱਗੇ ਜਿਹੜਾ ਕੁਝ ਮਤਲਬ ਫਿਰ ਹੁਣ ਤੁਸੀਂ ਅੰਦਾਜ਼ਾ ਲਾਓ, ਐਸਐਸਐਮ ਬਣਾਈ, ਫਿਰ ਯੂਟਰਨ ਲੈਣੇ ਸ਼ੁਰੂ ਕਰਤੇ। ਰਾਜੇਵਾਲ ਸਾਹਿਬ ਦੀ ਆਪਦੀ ਵਰਡਿੰਗ ਹੈ, ਇੱਕ ਇੰਟਰਵਿਊ ਦੇ ਵਿੱਚ ਰਾਜੇਵਾਲ ਸਾਹਿਬ ਖੁਦ ਕਹਿੰਦੇ ਨੇ ਵੀ ਯਾਰ ਇਹਨਾਂ ਸਾਰਿਆਂ ਨੇ ਤਾਂ ਐਸਐਸਐਮ ਬਣਾਈ, ਮੈਨੂੰ ਅਗਸਤ ਕੇ ਬਣਵਾਈ ਤੇ ਬਾਅਦ ਦੇ ਵਿੱਚ ਸਾਰੇ ਦੇ ਸਾਰੇ ਮਤਲਬ ਯੂਟਰਨ ਲੈ ਕੇ ਵੀ ਸਾਡਾ ਤਾਂ ਐਸਐਸਐਮ ਨਾਲ ਸੰਬੰਧ ਹੀ ਕੋਈ ਨਹੀਂ। ਤੋਂ ਭਾਵ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਕਿ ਜਦੋਂ ਪਤਾ ਲੱਗਿਆ ਕਿ ਫੈਸਲੇ ਐਸਐਸਐਮ ਕੁਝ ਗਲਤ ਲੈ ਗਈ ਤਾਂ ਜਿਹਦੇ ਚੋਂ ਇਹ ਬੰਦਿਆਂ ਨੂੰ ਮਤਲਬ ਇਹ ਲੱਗਿਆ ਕਿ ਲੋਕਾਂ ਦਾ ਰੁਝਾਨ ਕੀ ਹੈ, ਲੋਕਾਂ ਦੀਆਂ ਟਿੱਪਣੀਆਂ ਕੀ ਨੇ, ਲੋਕ ਕੀ ਕਹਿੰਦੇ ਨੇ, ਉਹਦੇ ਚੋਂ ਫਿਰ ਇਹਨਾਂ ਨੇ ਯੂਟਰਨ ਲੈਣਾ ਸ਼ੁਰੂ ਕਰ ਲਿਆ। ਯੂਟਰਨ ਲੈ ਕੇ ਤੋਂ ਕੱਲਾ ਰਹਿ ਗਿਆ ਮੈਦਾਨ 'ਚ ਵਿਚਾਰਾ ਰਾਜੇਵਾਲ। ਤੋਂ ਸਵਾਲ ਇਸ ਗੱਲ ਦਾ, ਪਰ ਸਾਡੇ ਵਖਰੇਵੇਂ ਤੁਹਾਡਾ ਸਵਾਲ ਸੀਗਾ ਵੀ ਟੁੱਟੇ ਕਿਉਂ ਜੀ। ਸਾਡਾ ਮੇਨ ਟੁੱਟਣ ਦਾ ਇਹ ਕੰਮ ਇਹ ਸੀ ਕਾਰਨ ਕਿ ਇਹਨਾਂ ਨੇ ਇੱਥੇ ਆ ਕੇ ਐਸਐਸਐਮ ਬਣਾਈ, ਉਹਨਾਂ ਨੇ ਸਿਧਾਂਤ ਤੋੜਿਆ ਕਿ ਅਸੀਂ ਨੂੰ ਐਸਕੇਐਮ ਨੂੰ ਗੈਰ ਰਾਜਨੀਤਿਕ ਰੱਖਣਾ, ਬਿਲਕੁਲ ਰਾਜਨੀਤੀ ਨਹੀਂ ਕਰਨੀ। ਇਹਨਾਂ ਨੇ ਇੱਥੇ ਆ ਕੇ ਚੋਣਾਂ ਲੜ ਕੇ ਬੀਜੇਪੀ ਨੂੰ ਸਾਡੇ ਤੇ ਹਮਲਾਵਰ ਹੋਣ ਦਾ ਇੱਕ ਮੌਕਾ ਪ੍ਰਦਾਨ ਕੀਤਾ, ਔਰ ਉਹ ਹੋਈ ਵੀ, ਡਟ ਕੇ ਹੋਈ ਸਾਡੇ ਤੇ ਹਮਲਾਵਰ ਔਰ ਉਹ ਮੌਕੇ ਦਿੱਤੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ। ਸੋ ਇਸ ਕਰਕੇ ਇਹ ਕੁਝ ਗੱਲਾਂ ਸੀ ਜਿਨ੍ਹਾਂ ਦੇ ਮਤਲਬ ਵਖਰੇਵੇਂ ਨੇ। ਅਸੀਂ ਅੱਜ ਵੀ ਉਹਨੂੰ ਮਤਲਬ ਮੋਰਚੇ ਨੂੰ ਚਲਾ ਰਹੇ ਹਾਂ ਔਰ ਗੈਰ ਰਾਜਨੀਤਿਕ ਰੱਖ ਕੇ ਚਲਾ ਰਹੇ ਹਾਂ। ਪਰ ਸਰ ਜਿਹੜਾ ਉਸ ਟਾਈਮ ਜਿਹੜਾ ਏਕਤਾ ਸੀ ਉਹ ਅੱਜ ਦੇ ਟਾਈਮ ਨਹੀਂ ਹੈਗੀ, ਨਹੀਂ ਦਿਖਾਈ ਦੇ ਰਹੀ। ਇਹਦੇ ਨਾਲ ਮਤਲਬ ਕੁਝ ਆਪਣੇ ਜਿਹੜੇ ਮੋਰਚਾ ਹੈਗਾ ਉਹਦੇ ਵਿੱਚ ਕੋਈ ਲੱਗਦਾ ਹੀ ਤੁਹਾਨੂੰ ਵੀ ਕੁਝ ਕਮਜ਼ੋਰੀ ਹੈ? ਦੇਖੋ ਇਹ ਸੁਭਾਵਿਕ ਹੈ ਕਿ ਜਿਹੜੀ ਪਬਲਿਕ ਦਾ ਇੱਕ ਵਾਰੀ ਵਿਸ਼ਵਾਸ ਜਿਹੜਾ ਟੁੱਟਿਆ ਹੈ, ਉਹ ਵਿਸ਼ਵਾਸ ਬਹਾਲ ਕਰਨ ਦੇ ਉੱਤੇ ਟਾਈਮ ਤਾਂ ਲੱਗੂਗਾ, ਬਿਲਕੁਲ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਇਹ ਵੀ ਜ਼ਰੂਰ ਹੈ ਕਿ ਪਬਲਿਕ ਵਿਸ਼ਵਾਸ ਕਰੇਗੀ। ਤੁਸੀਂ ਅਨੁਮਾਨ ਲਾ ਕੇ ਦੇਖੋ ਕਿ ਅਸੀਂ 22 ਤਰੀਕ ਨੂੰ ਜੰਤਰ ਮੰਤਰ ਤੇ ਇੱਕ ਪ੍ਰੋਗਰਾਮ ਕਰਕੇ ਆਏ ਹਾਂ, 22 ਅਗਸਤ ਦਾ। ਜਿਹੜੇ ਮਤਲਬ ਚੋਣਾਂ ਲੜਨ ਤੋਂ ਬਾਹਰ ਰਹਿ ਗਏ ਜਥੇਬੰਦੀਆਂ, ਜਿਹੜੇ ਚਾਹੁੰਦੇ ਆ ਵੀ ਅਸੀਂ ਚੋਣਾਂ ਲੜਨ ਵਾਲਿਆਂ ਨਾਲ ਸਾਡਾ ਕੋਈ ਮਤਲਬ ਨਹੀਂ, ਅਸੀਂ ਨਹੀਂ ਉਹਨਾਂ ਦੇ ਵਿੱਚ ਜਾਣਾ, ਅਸੀਂ ਨਹੀਂ ਉਹਨਾਂ ਨੂੰ ਰੱਖਣਾ ਉਹਦੇ ਵਿੱਚ। ਉਹ ਲੋਕ ਆ ਜਿਹੜੇ ਉਹਨਾਂ ਨੇ ਅਸੀਂ ਇੱਕ ਕਾਲ ਦਿੱਤੀ ਹੈ 22 ਅਗਸਤ ਦੀ, ਔਰ ਸਾਡੀ ਉਹ 22 ਅਗਸਤ ਵਾਲੀ ਕਾਲ ਹੈ ਜਿਹੜੀ ਉਹ ਪੂਰੀ ਤਰ੍ਹਾਂ ਸਕਸੈਸ ਹੋਈ ਹੈ। ਉਹ ਇੱਕ ਦਿਨ ਮਤਲਬ ਤੁਸੀਂ ਰਿਪੋਰਟਾਂ ਲਓ, ਟੀਵੀ ਚੈਨਲਾਂ ਤੋਂ ਲੈ ਲਓ, ਤੁਸੀਂ CID ਤੋਂ ਲੈ ਲਓ, ਤੁਸੀਂ ਦਿੱਲੀ ਦੇ ਪ੍ਰਸ਼ਾਸਨ ਤੋਂ ਮਤਲਬ ਉਹਦਾ ਪਤਾ ਕੱਢ ਲਓ, ਤੁਸੀਂ ਉਹ ਦਿਨ ਦਾ ਸਾਰਾ ਮਾਹੌਲ ਦਿੱਲੀ ਦਾ ਜਿਹੜਾ ਸੀਗਾ ਉਹ ਦੱਸੂਗਾ ਤੁਹਾਨੂੰ ਕਿ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਈਵਨ ਕਿ ਮਤਲਬ ਕਰਨਾਟਕਾ, ਕੇਰਲਾ ਤੋਂ, ਉੜੀਸਾ ਤੋਂ ਇੰਨੀ ਦੂਰੋਂ ਕਿਸਾਨ ਕਾਫਲੇ ਲੈ ਕੇ ਇੱਥੇ ਪਹੁੰਚੇ ਉਹਦੇ ਵਿੱਚ, ਔਰ ਉਹ ਸਕਸੈਸ ਰਿਹਾ, ਪੂਰਾ ਕੱਟ ਰਿਹਾ। ਜਿੱਥੇ ਸਾਨੂੰ ਸਰਕਾਰ ਕਹਿੰਦੀ ਸੀ ਵੀ ਅਸੀਂ ਤਾਂ ਇੱਥੇ ਚਿੜੀ ਨਹੀਂ ਫੜਕਣ ਦੇਣੀ, ਬਿਲਕੁਲ ਜੰਤਰ ਮੰਤਰ ਤੇ, ਅਸੀਂ ਜੰਤਰ ਮੰਤਰ ਤੇ ਕੀਤਾ। ਤੇ ਲੋਕਾਂ ਨੂੰ ਤਾਂ ਬਿਲਕੁਲ ਜੀ ਪੂਰੇ ਦੇਸ਼ ਨੂੰ ਹੀ ਤੁਹਾਡੇ ਤੇ ਹਜੇ ਤੱਕ ਵਿਸ਼ਵਾਸ ਹੈਗਾ। ਇਹ ਤਾਂ ਪਤਾ ਹੀ ਆ ਵੀ ਜਿੱਥੇ ਵੀ ਇਕਜੁੱਟ ਕਿਤੇ ਏਕਤਾ ਹੁੰਦੀ ਹੈ ਉੱਥੇ ਇਦਾਂ ਦੀ ਗੱਲਾਂ ਬਾਤਾਂ ਤਾਂ ਚੱਲਦੀ ਰਹਿੰਦੀਆਂ। ਆ ਗੈਰ ਰਾਜਨੀਤਿਕ ਸੋਚ ਦੇ ਨਾਲ ਦੇਖੋ ਮੋਰਚਾ ਜੇ ਜਿੱਤਿਆ ਗਿਆ ਨਾ ਜੀ, ਮੋਰਚਾ ਗੈਰ ਰਾਜਨੀਤਿਕ ਰਹਿਣ ਕਰਕੇ ਜਿੱਤਿਆ ਗਿਆ, ਲੋਕਾਂ ਦਾ ਵਿਸ਼ਵਾਸ ਗੈਰ ਰਾਜਨੀਤਿਕ ਕਰਕੇ ਸੀ, ਕਿਉਂਕਿ ਸਾਡੇ ਦੇਸ਼ ਦੇ ਅੰਦਰ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਹੈ। ਜਦੋਂ ਅਸੀਂ ਚੋਣਾਂ ਲੜਨ ਵਾਸਤੇ ਸ਼ਰੀਕ ਬਣ ਕੇ ਖੜ ਜਾਵਾਂਗੇ ਤਾਂ ਸਾਰੇ ਹੀ ਪੋਲੀਟੀਕਲ ਸੋਚਣਗੇ ਵੀ ਅਗਰ ਇਹ ਕੋਈ ਮੋਰਚਾ ਜਿੱਤਦੇ ਆ ਤਾਂ ਕੱਲ ਨੂੰ ਸਾਡੇ ਨਾਲ ਸਰਕਾਰ ਬਣਾਉਣ ਵਾਸਤੇ ਵੀ ਤਾਂ ਸਾਡੇ ਸ਼ਰੀਕ ਇਹੀ ਹੈ ਨਾ, ਬਿਲਕੁਲ। ਇਸ ਕਰਕੇ ਇਹਨਾਂ ਨੂੰ ਮਤਲਬ ਸਪੋਰਟ ਕਿਉਂ ਕਰਨਗੇ, ਉਹਨਾਂ ਦੇ ਲੋਕਾਂ ਨੂੰ ਮਤਲਬ ਸਾਡੇ 'ਚ ਕਿਉਂ ਆਉਣ ਦੇਣਗੇ। ਅੱਜ ਸਾਡੇ ਲੋਕ ਆ, ਜਿਹੜੀ ਪਬਲਿਕ ਆ, ਜਿਹੜੀ ਭਾਵੇਂ ਪੋਲੀਟੀਕਲ ਲੋਕ ਸਾਡੇ ਵਿੱਚ ਨਹੀਂ, ਲੇਕਿਨ ਸਾਡੇ ਜਿਹੜੇ ਲੋਕ ਆ ਉਹ ਕਿਸੇ ਨਾ ਕਿਸੇ ਪੋਲੀਟੀਕਲ ਧਿਰ ਨਾਲ ਤਾਂ ਮਤਲਬ ਆਪਦਾ ਲਗਾਓ ਰੱਖਦੇ ਆ। ਲੇਕਿਨ ਕਿਸਾਨ ਹੋਣ ਦੇ ਨਾਤੇ ਸਾਡੇ ਮੋਰਚੇ ਸਹਿਯੋਗ ਵੀ ਦਿੱਤਾ ਉਹਨਾਂ ਨੇ। ਜਿਸ ਤਰ੍ਹਾਂ ਤੁਸੀਂ ਹੁਣ ਅਗਸਤ ਨੂੰ ਗਏ ਸੀਗੇ, ਮੋਰਚਾ ਲਗਾਇਆ ਸੀਗਾ,
ਰਾਜੇਵਾ ਸਾਹਿਬ ਜੀ ਵੀ ਮਤਲਬ ਤੁਹਾਡੀ ਕੋਈ ਗੱਲਬਾਤ ਹੋਈ ਤੇ ਉਹ ਗਏ ਸੀਗੇ ਜਾਂ ਮਤਲਬ ਉਹ ਅਲੱਗ ਹੀ ਵੱਖਰੀ ਮਤਲਬ ਆਪਣੇ ਨਹੀਂ ਦੇਖੋ, ਅਸੀਂ ਰਾਜੇਵਾਲ ਸਾਹਿਬ ਜਾਂ ਮਤਲਬ ਦੂਜੇ ਜਾਂ ਤੀਜੇ ਜਿਹੜੇ ਰਾਜਨੀਤੀ ਵਾਲੇ ਲੋਕ ਆ, ਕਈ ਸਟੇਟਾਂ ਦੇ ਤੁਸੀਂ ਇਕੱਠੇ ਹੋਏ ਸੀ ਉਦੋਂ ਪੰਜਾਬ ਦੇ ਤੁਸੀਂ ਵੀ ਬਹੁਤ ਅਸੀਂ ਪੰਜਾਬ ਦੀਆਂ ਵੀ 16-17 ਜਥੇਬੰਦੀਆਂ ਗਈਆਂ ਹੈ, ਹਰਿਆਣੇ ਤੋਂ ਗਈਆਂ 15-16 ਜਥੇਬੰਦੀਆਂ। ਤਾਂ ਆਪਣੇ ਇੱਥੇ ਪੰਜਾਬ ਚੋਂ ਮਤਲਬ ਕੁਝ ਜਿਹੜੀਆਂ ਜਥੇਬੰਦੀਆਂ ਉਹ ਕਿਉਂ ਨਹੀਂ? ਰਾਜਨੀਤੀ ਕਰਨ ਵਾਲਿਆਂ ਨੂੰ ਅਸੀਂ ਮਤਲਬ ਪਹਿਲਾਂ ਹੀ ਇਹ ਕਿਹਾ ਹੋਇਆ ਹੈ ਕਿ ਅਸੀਂ 15 ਜਨਵਰੀ ਨੂੰ ਜਿਹੜੇ ਇਹ ਚੋਣਾਂ ਲੜਨ ਵਾਲੇ ਲੋਕ ਸੀ ਜੀ ਇਹਨਾਂ ਨੂੰ ਅਸੀਂ ਐਸਕੇਐਮ ਦੇ ਵਿੱਚੋਂ ਬਾਹਰ ਕੱਢਤਾ ਸੀ। ਠੀਕ ਹੈ ਕਿ ਤੁਹਾਡਾ ਐਸਕੇਐਮ ਨਾਲ ਕੋਈ ਸੰਬੰਧ ਨਹੀਂ, ਐਸਕੇਐਮ ਗੈਰ ਰਾਜਨੀਤਿਕ ਹੈ, ਗੈਰ ਰਾਜਨੀਤਿਕ ਰੱਖਾਂਗੇ। ਠੀਕ ਹੈ ਇਹ ਬੰਦੇ ਸਾਰੇ ਅਸੀਂ ਉਸ ਦਿਨ ਕੱਢਤੇ ਸੀ। ਰਹਿੰਦੀ ਗੱਲ ਅਸੀਂ ਮਤਲਬ 12 ਜੁਲਾਈ ਨੂੰ ਦਿੱਲੀ 'ਚ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਅਸੀਂ ਸਪਸ਼ਟ ਕਰਤਾ ਸੀਗਾ ਕਿ ਅਸੀਂ ਮਤਲਬ ਸਾਡਾ ਇਹਨਾਂ ਲੋਕਾਂ ਨਾਲ ਜਿਹੜੇ ਇਹ ਰਾਜਨੀਤੀ ਕਰਨ ਵਾਲੇ ਲੋਕ ਹੈ ਸਾਡੇ ਨਾਲ ਜਾਂ ਸਾਡੇ ਮੋਰਚੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ, ਵੱਖਰੇ ਹੋ ਚੁੱਕੇ ਹੋ। ਬਾਕੀ ਜੇ ਕੱਲ ਨੂੰ ਮਤਲਬ ਕਿਸ ਤਰ੍ਹਾਂ ਦੀ ਕੋਈ ਭੀੜ ਪੈਂਦੀ ਹੈ ਉਸ ਟਾਈਮ ਤੋਂ ਮਤਲਬ ਇੱਕਜੁੱਟ ਤੁਸੀਂ ਨਹੀਂ, ਉਹ ਜਿਹੜਾ ਸਮਾਂ ਹੈ ਜਦੋਂ ਇਹ ਤਾਂ ਲੋਕਾਂ ਦੇ ਖੜਨੀਆਂ ਗੱਲਾਂ ਲੋਕਾਂ ਦੇ ਵਿੱਚ ਜੇ ਸਾਡੇ ਨਾਲ ਸਾਡੇ ਇਕੱਠੇ ਰਹਿਣ ਨਾਲ ਲੋਕਾਂ ਦਾ ਵਿਸ਼ਵਾਸ ਨੂੰ ਸੱਟ ਵੱਜਦੀ ਹੈ ਤਾਂ ਉਹ ਇਕੱਠ ਨਾਲੋਂ ਚੰਗਾ ਹੈ ਕਿ ਲੋਕਾਂ ਦਾ ਵਿਸ਼ਵਾਸ ਕਿਵੇਂ ਬਣਿਆ ਰਹੇ। ਬਿਲਕੁਲ ਜਿਹੜਾ ਲੋਕ ਚਾਹੁੰਦੇ ਨੇ, ਹਾਂਜੀ ਜੀ ਲੋਕਾਂ ਦੀ ਭਾਵਨਾ ਹੈ, ਅਗਰ ਅਸੀਂ ਉਸ ਭਾਵਨਾ ਨੂੰ ਠੇਸ ਪਹੁੰਚਾਵਾਂਗੇ ਲੋਕਾਂ ਦੀ ਨੂੰ ਤਾਂ ਫਿਰ ਕਿਤੇ ਨਾ ਕਿਤੇ ਮਤਲਬ ਅਸੀਂ ਲੋਕਾਂ ਨਾਲ ਮਤਲਬ ਬੇਇਨਸਾਫੀ ਕਰਦੇ ਹਾਂ। ਬਿਲਕੁਲ ਸਰ। ਇੱਕ ਸਰ ਲਾਸਟ ਸਵਾਲ, ਜਿਸ ਤਰ੍ਹਾਂ ਕਿ ਕੁਝ ਕੰਮ ਅਧੂਰੇ ਪਏ ਨੇਗੇ, ਲੰਬਾ ਸਮਾਂ ਬੀਤ ਚੁੱਕਿਆ ਹੈਗਾ, ਕਈ ਐਸੇ ਨਿਰਦੋਸ਼ ਨੇ ਜਿਹੜੇ ਹਜੇ ਆਪਾਂ ਉਹਨਾਂ ਨੂੰ ਬਾਹਰ ਵੀ ਕਢਾਉਣਾ ਗਾ, ਕੁਝ ਗੱਲਾਂ ਹੋਰ ਨੇ ਜਿਹੜੇ ਆਪਾਂ ਹਜੇ ਕਰਨੇ ਨੇਗੇ, ਉਹਨਾਂ ਬਾਰੇ ਕੀ ਆਪਣੀ ਪਲੈਨਿੰਗ ਚੱਲ ਰਹੀ ਹੈ ਤੇ ਕਦੋਂ ਇਹ ਮਤਲਬ ਆਪਣੇ ਫਤਿਹ ਪਾਉਣ ਦੀ ਕਦੋਂ ਤੱਕ? ਦੇਖੋ, ਵਾਹਿਗੁਰੂ ਕਿਰਪਾ ਕਰੇ ਫਤਿਹ ਤੇ ਹੋਏਗੀ ਜੀ, ਇਹਦੇ 'ਚ ਕੋਈ ਦੋ ਰਾਹ ਨਹੀਂ। ਅਸੀਂ ਭਾਰਤ ਦੀਆਂ ਲਗਭਗ 70 ਕੁ ਜਥੇਬੰਦੀਆਂ ਜਿਹੜੀਆਂ ਇਹ ਕਲੀਅਰਲੀ ਹੈ ਸਪਸ਼ਟ ਕਰ ਚੁੱਕੇ ਹਾਂ ਕਿ ਅਸੀਂ ਰਾਜਨੀਤੀ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਚੋਣਾਂ ਲੜਨ ਵਿੱਚ ਨਹੀਂ ਵਿਸ਼ਵਾਸ ਰੱਖਦੇ, ਅਸੀਂ ਕਿਸੇ ਦੀ ਸਪੋਰਟ ਕਰਨ 'ਚ ਕੋਈ ਵਿਸ਼ਵਾਸ ਨਹੀਂ ਰੱਖਦੇ, ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਆਪਦੀ ਲੜਾਈ ਲੜਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਉਹ ਅਸੀਂ ਇਕੱਠੇ ਹੋਏ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ 25 ਤੇ 26 ਸਤੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਸਾਡੀ ਕਰਨਾਟਕਾ ਦੇ ਵਿੱਚ ਬੰਗਲੌਰ 'ਚ। ਉਸ ਮੀਟਿੰਗ ਦੇ ਵਿੱਚ ਸਾਨੂੰ ਉਮੀਦ ਹੈ ਕਿ ਸਾਡੀਆਂ ਲਗਭਗ 20 ਤੋਂ 22 ਜਾਂ 25 ਜਥੇਬੰਦੀਆਂ ਉਹ ਸਾਊਥ ਦੀਆਂ ਉਹ ਉੱਥੇ ਹੋਣਗੀਆਂ, ਉਹ ਸਾਡੇ ਨਾਲ ਉੱਥੇ ਜੁੜਨਗੀਆਂ, ਸਾਡਾ ਸਮਰਥਨ ਕਰਨਗੀਆਂ ਔਰ ਅਸੀਂ ਸਾਰੇ ਰਲ ਕੇ ਮਤਲਬ ਪਰਿਵਾਰ ਨੂੰ ਹੋਰ ਵੱਡਾ ਕਰਾਂਗੇ ਔਰ ਵੱਖ-ਵੱਖ ਸਟੇਟਾਂ ਦੇ ਵਿੱਚ ਅਸੀਂ ਆਪਦੀ ਗੱਲ ਲੈ ਕੇ ਜਾਵਾਂਗੇ, ਵੱਖ-ਵੱਖ ਸਟੇਟਾਂ 'ਚ ਇੱਕ ਵੱਡਾ ਪਰਿਵਾਰ ਬਣਾ ਕੇ ਸਰਕਾਰ ਦੇ ਉੱਤੇ ਮੁੜ ਦੁਬਾਰਾ ਦਬਾਅ ਬਣਾਵਾਂਗੇ। ਜਿਹੜੇ ਆਪਣੇ ਅਧੂਰੇ ਕੰਮ ਨੇ ਉਹਨਾਂ ਨੂੰ ਇਹ ਜ਼ਰੂਰੀ ਨਹੀਂ, ਉਹ ਦੇਖੋ ਉਹਨਾਂ MSP ਲੈ ਬਿਨਾਂ ਕਿਸਾਨ ਬਚ ਨਹੀਂ ਸਕਦਾ। ਬਿਲਕੁਲ। ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨਹੀਂ ਜਿੰਨਾ ਚਿਰ ਮਿਲਦੀ, MSP ਲੈਣੀ ਕੱਲੀ ਕੋਈ ਮਾਇਨਾ ਨਹੀਂ ਰੱਖਦੀ। MSP ਲੈਣੀ ਤਾਂ ਇਸ ਲਈ ਜ਼ਰੂਰੀ ਹੈ ਕਿ ਜਿਹੜਾ ਸਾਡਾ ਰੇਟ ਤੈਅ ਹੁੰਦਾ ਹੈ ਉਸ ਰੇਟ ਤੇ ਸਾਡੀ ਫਸਲ ਵਿਕ ਜੇ। ਉਹ ਤਾਂ MSP ਦਾ ਸਿਰਫ ਇੰਨਾ ਹੀ ਕੰਮ ਹੈ ਕਿ ਜਿਹੜਾ ਰੇਟ ਤੈਅ ਹੋਇਆ ਉਸ ਰੇਟ ਦੇ ਉੱਤੇ ਸਾਡੀ ਫਸਲ ਦਾਣਾ ਵਿਕੇ। ਹੁਣ ਅਗਲਾ ਜਿਹੜਾ ਸਵਾਲ ਉਹ ਇਹ ਹੈ ਕਿ ਜੇ ਦਾਣਾ ਵਿਕਣ ਵਾਸਤੇ ਅਸੀਂ MSP ਲੈਣੀ ਹੈ ਤੇ ਫਿਰ ਉਹਦਾ ਰੇਟ ਕੀ ਹੋਵੇ? ਉਹ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੋਵੇ। ਅੱਜ ਕਿਸਾਨ ਸਾਡਾ ਸੁਸਾਈਡ ਕਰ ਰਿਹਾ ਹੈ, 5 ਲੱਖ ਤੋਂ ਉੱਪਰ ਕਿਸਾਨ ਖੁਦਕੁਸ਼ੀਆਂ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਹੈ ਜੀ। ਉਹਨਾਂ ਨੂੰ ਕਿਵੇਂ ਬਚਾਇਆ ਜਾਏ? ਉਹਦੇ ਲਈ ਇਮੀਡੀਏਟਲੀ ਤੁਰੰਤ ਜੇ ਕੋਈ ਉਹਨੂੰ ਰਾਹਤ ਹੈ ਉਹ ਇਹ ਹੈ ਕਿ ਇੱਕੋ ਦਮ ਯਕਮੁਸ਼ਤ ਇੱਕ ਵਾਰੀ ਕਿਸਾਨ ਨੂੰ ਕਰਜ਼ ਮੁਕਤ ਕੀਤਾ ਜਾਏ। ਔਰ ਜੇ ਕਰਜ਼ ਮੁਕਤ ਕਰਨ ਦੀ ਵੀ ਗੱਲ ਆਉਂਦੀ ਹੈ ਤਾਂ ਕੋਈ ਅਸੀਂ ਭੀਖ ਨਹੀਂ ਮੰਗਦੇ। ਕਰਜ਼ ਮੁਕਤ ਦੀ ਗੱਲ ਇੱਥੇ ਹੈ ਕਿ ਪ੍ਰਾਈਸ ਇੰਡੈਕਸ ਤਾਂ ਬਹੁਤ ਪਿੱਛੇ ਰਹਿ ਗਿਆ। ਅਗਰ ਪ੍ਰਾਈਸ ਇੰਡੈਕਸ ਦੀ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਵੱਡੀ ਅਮਾਊਂਟ ਬਣਦੀ ਹੈ। ਅਸੀਂ ਘੱਟੋ ਘੱਟ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਜਿਹੜੀ 2004 ਤੋਂ ਲੈ ਕੇ 2006 ਦੇ ਪੀਰੀਅਡ 'ਚ ਬਣ ਕੇ 2006 ਦੇ ਵਿੱਚ ਸਰਕਾਰ ਦੀ ਟੇਬਲ ਤੇ ਆਈ ਹੈ, ਅਗਰ ਉਦੋਂ ਤੋਂ ਲੈ ਕੇ ਹੀ ਅਸੀਂ ਇਹਦੀ ਕੈਲਕੂਲੇਸ਼ਨ ਕਰ ਲਈਏ ਤਾਂ ਜਿੰਨਾ ਕਿਸਾਨਾਂ ਨੂੰ ਘਾਟਾ ਪਿਆ ਹੈ, ਅੱਜ ਪੰਜਾਬ ਸਿਰ ਜਿੰਨਾ ਕਰਜ਼ਾ ਹੈ ਇਹ ਤੋਂ ਲਗਭਗ 5 ਗੁਣਾ ਰੁਪਏ ਕਿਸਾਨਾਂ ਦੇ ਸਰਕਾਰ ਨੇ ਰੇਟ ਘੱਟ ਦੇ ਕੇ ਲੁੱਟ ਲਏ। ਤੇ ਅਸੀਂ ਤਾਂ 1/5 ਹਿੱਸਾ ਹੀ ਮੰਗਦੇ ਆ ਨਾ ਵੀ ਕਰਜ਼ਾ ਮੁਕਤ ਕਰ ਦਿਓ। ਬਿਲਕੁਲ 1/4 ਹਿੱਸਾ ਤਾਂ ਸਰਕਾਰ ਨੂੰ ਛੱਡ ਦਿੱਤਾ ਨਾ, 3/4 ਹਿੱਸਾ ਤਾਂ ਸਰਕਾਰ ਨੂੰ ਛੱਡਤਾ। ਤਾਂ ਇਸ ਕਰਕੇ ਸਾਡੀ ਭਾਵਨਾ ਇਹ ਹੈ ਕਿ ਸਰਕਾਰ ਦੇ ਕੋਲੋਂ ਅਸੀਂ ਕਿਸਾਨ ਦੀ ਕਰਜ਼ ਮੁਕਤੀ ਕਰਵਾਈਏ।
ਅਗਰ ਉਹ ਕਿਸਾਨ ਦੀ ਕਰਜ਼ ਮੁਕਤੀ ਹੁੰਦੀ ਹੈ ਇੱਕ ਵਾਰੀ ਕੰਪਲੀਟਲੀ, ਤਾਂ ਫਿਰ ਮੈਨੂੰ ਲੱਗਦਾ ਵੀ ਅਗਲੀ ਲੜਾਈ ਹੈ ਜਿਹੜੀ ਉਹ ਹੋਰ ਸਮੇਂ ਮੁਤਾਬਕ ਜਿਵੇਂ ਦੀਆਂ ਆਉਣਗੀਆਂ ਉਹ ਚੱਲਦੀਆਂ ਰਹਿਣਗੀਆਂ। ਇਹ ਵੱਡੀਆਂ ਲੜਾਈਆਂ ਨੇ ਜਿਹੜੀਆਂ ਮਤਲਬ ਜਿਹਦੇ ਬਿਨਾਂ ਸਾਰੇ ਹੀ ਨਹੀਂ ਸਕਦਾ। ਹੁਣ ਜਿਹੜੇ ਸਾਡੇ ਲਖੀਮਪੁਰ ਦੇ ਕਿਸਾਨ ਨੇ, ਉਹਨਾਂ ਨੂੰ ਅਗਰ ਅਸੀਂ ਇਨਸਾਫ ਨਹੀਂ ਦਵਾਵਾਂਗੇ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਕੋ ਮਾਂ ਜਿਹਨੇ ਆਪਦਾ ਪੁੱਤ ਸਾਡੇ ਹੋਕੇ ਤੇ ਤੋਰਿਆ ਹੈ, ਕਾਹਦੇ ਲਈ ਤੁਰਿਆ ਉਹ ਕਿ ਸਾਨੂੰ MSP ਮਿਲੂਗੀ, ਸਾਡਾ ਝੋਨਾ ਵੀ MSP ਤੇ ਵਿਕਣਾ ਸ਼ੁਰੂ ਹੋਊਗਾ, ਔਰ ਉਹ ਮਾਂ ਦਾ ਪੁੱਤ ਵੀ ਨਹੀਂ ਘਰੇ ਮੁੜ ਕੇ ਗਿਆ ਤੇ ਉਹਨੂੰ MSP ਵੀ ਨਹੀਂ ਮਿਲੀ। ਉਹਨੂੰ ਦੋਣਾ ਜ਼ਰੂਰੀ ਹੈ ਨਾ, ਜ਼ਰੂਰੀ ਹੈ ਜੀ, ਬਿਲਕੁਲ ਉਹਨੂੰ ਇਨਸਾਫ ਦੇਣਾ ਹੈ। ਜੋ ਇਸ ਸਹਾਇਤਾ ਦਿੱਤੀਆਂ ਨੇ ਉਹਨਾਂ ਦਾ ਮੁੱਲ ਤਾਂ ਉਹਨਾਂ ਦਾ ਬਿਲਕੁਲ। ਤੋ ਜਿਹੜੇ ਲੋਕਾਂ ਦੇ ਉੱਤੇ ਜਿਵੇਂ ਆਪਾਂ ਅੱਗੇ ਗੱਲ ਕੀਤੀ ਹੈ ਕਿ ਸਾਡੇ ਉਹ ਵੀਰ ਜਿਹੜੇ ਬਾਹਰਲੇ ਬੈਠੇ ਨੇ, NRI ਜਿਨ੍ਹਾਂ ਨੇ ਸਾਨੂੰ ਲੰਗਰ ਲਾਏ, ਜਿਨ੍ਹਾਂ ਨੇ ਸਾਨੂੰ ਸ਼ੈਲਟਰ ਹੋਮ ਬਣਾ ਕੇ ਦਿੱਤੇ, ਉਹਨਾਂ ਨੂੰ ਇਹਨਾਂ ਨੇ ਬਲੈਕ ਲਿਸਟ ਪਾ ਰੱਖਿਆ ਹੈ। ਉਹਨਾਂ ਨੂੰ ਉਹਦੇ ਚੋਂ ਕਢਾ ਕੇ ਉਹਨਾਂ ਨੂੰ ਵੀ ਤਾਂ ਮਤਲਬ ਪੰਜਾਬ ਦੇ ਵਿੱਚ ਇੰਡੀਆ 'ਚ ਆ ਕੇ ਆਪਦੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲੇ ਨਾ। ਔਰ ਉਹ ਲੜਾਈ ਸਾਡੀ ਹਜੇ ਬਾਕੀ ਹੈ, ਉਹ ਲੜਾਈ ਅਸੀਂ ਲੜਾਂਗੇ। ਜੋ ਜਨਤਾ ਦੀ ਉਮੀਦ ਹੈਗੀ ਉਹ ਤੇ ਵੀ ਕਰ ਉਤਰ ਹੋ ਜੂ। ਦੇਖੋ ਲੋੜ ਹੈ, ਸਮੇਂ ਦੀ ਲੋੜ ਹੈ। ਤੁਹਾਨੂੰ ਪਤਾ ਨਹੀਂ ਹੋਣਾ ਇਸ ਗੱਲ ਦਾ ਕਿ ਪੰਜਾਬ ਸਰਕਾਰ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਾਡਾ ਇੱਕ ਅਸੀਂ ਮੋਰਚਾ ਲਾਇਆ ਸੀਗਾ ਐਲਾਨ। ਸਾਡੀ ਇਹਦੀ ਤਿਆਰੀ ਸੀਗੀ ਕਿ ਅਸੀਂ 7 ਥਾਵਾਂ ਦੇ ਉੱਤੇ ਮੇਨ ਹਾਈਵੇ ਪੂਰੇ ਪੰਜਾਬ ਦੇ ਵਿੱਚ ਜਾਮ ਕਰਾਂਗੇ, ਔਰ ਉਹਨੇ ਚਿਰ ਲਈ ਜਾਮ ਰੱਖਾਂਗੇ ਜਿੰਨੇ ਚਿਰ ਲਈ ਸਾਡਾ ਮਤਲਬ ਫੈਸਲਾ ਨਹੀਂ ਲੈਂਦੀ ਸਰਕਾਰ। ਉਹਦੇ ਸਾਡੀ ਮੇਜਰ ਮੰਗ ਸੀਗੀ ਕਿ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਇਆ ਜਿਹੜਾ ਦੇਣਾ ਉਹ ਦਿਓ, ਔਰ ਉਹ ਮਿਲਿਆ ਸਾਡੇ ਕਿਸਾਨਾਂ ਨੂੰ। ਹੁਣ ਦੁਬਾਰਾ ਮਿਲਿਆ ਉਹਨਾਂ ਨੂੰ ਜਿਹੜੇ ਰਹਿ ਗਏ ਸੀ ਜੀ। ਸਰਕਾਰ ਨੇ ਮੰਨਿਆ ਕਿ ਜਿਹੜੇ ਕਿਸਾਨਾਂ ਦੇ ਮੁਕੱਦਮੇ ਆ ਉਹ ਮੁਕੱਦਮੇ ਅਸੀਂ ਵਾਪਸ ਲਵਾਂਗੇ, ਚਾਹੇ ਉਹ ਮੁਕੱਦਮਾ ਪਰਾਲੀ ਦਾ ਹੋਵੇ, ਚਾਹੇ ਉਹ ਮੁਕੱਦਮਾ ਅੰਦੋਲਨ ਦੌਰਾਨ ਹੋਇਆ ਹੋਵੇ, ਚਾਹੇ ਉਹ ਕੋਵਿਡ ਕਰਕੇ ਹੋਇਆ ਕੋਈ ਵੀ ਬਿਲਕੁਲ। ਇੱਥੋਂ ਤੱਕ ਸਰਕਾਰ ਮੰਨੀ ਆ ਕਿ ਜਿਹੜੇ UT ਦੇ ਅੰਦਰ ਨੇ ਮੁਕੱਦਮੇ ਅਸੀਂ ਉਹ ਵੀ ਮਤਲਬ ਵਾਪਸ ਕਰਾਵਾਂਗੇ। ਔਰ ਉਹ ਪ੍ਰਧਾਨ ਸਾਡੇ ਮੁੱਖ ਮੰਤਰੀ ਨੇ, ਸਾਡੇ DGP ਨੇ, ਇਹ ਸਾਡੇ ਤੈਅ ਹੋਈ ਹੈ ਕਿ ਉਹ ਬੈਠ ਕੇ ਮਤਲਬ ਮੀਟਿੰਗ ਕਰਕੇ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਮੀਟਿੰਗ ਲੈ ਕੇ ਅਸੀਂ DGP ਦੋਨੇ ਬਿਠਾਵਾਂਗੇ ਵਿੱਚ, ਔਰ ਉਹਨਾਂ ਨਾਲ ਮਤਲਬ ਟਾਈ ਅਪ ਕਰਕੇ ਉਹ ਸਾਰੇ ਦੇ ਸਾਰੇ ਮਤਲਬ ਕੇਸ ਮਤਲਬ ਵਾਪਸ ਕਰਵਾਉਣੇ। ਜਿਹੜੇ ਸਾਡੇ ਮਨਾ ਲਿਆ ਸਰਕਾਰ ਨੂੰ ਉਹਨਾਂ ਤੋਂ ਲਾਗੂ ਕਰਨੇ ਬਾਕੀ ਹੈ, ਮੰਗਾਂ ਮੰਨੀਆਂ ਹੋਈਆਂ। ਠੀਕ ਹੈ ਜੀ। ਤਾਂ ਗੱਲ ਕਰ ਰਹੇ ਸੀਗੇ ਆਪਣੇ ਪੰਜਾਬ ਪ੍ਰਧਾਨ ਆਪਣੇ ਜਗਜੀਤ ਸਿੰਘ ਜੀ ਨਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ, ਤੇ ਇਹਨਾਂ ਦਾ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਕਿ ਇੱਕ ਗੱਲ ਜ਼ਰੂਰ ਹੈ ਕਿ ਜੇ ਕਹਿੰਦੇ ਨੇ ਵੀ ਕਲਾਸ ਇੱਕ ਹੋਣ ਨਾਲ ਸੋਚ ਕਦੇ ਇੱਕ ਨਹੀਂ ਹੁੰਦੀਗੀ, ਸੋਚ ਅਲੱਗ-ਅਲੱਗ ਜ਼ਰੂਰ ਹੈਗੀ ਹੈ, ਜਿਹਦੇ ਕਰਕੇ ਕੁਝ ਜਥੇਬੰਦੀਆਂ ਅਲੱਗ ਹੋਈਆਂ ਰਹੀਆਂ, ਪਰ ਜਿਹੜੀ ਇਹਨਾਂ ਦੀ ਸੋਚ ਹੈਗੀ ਉਹੀ ਹੈਗੀ ਕਿ ਪੰਜਾਬ ਦੇ ਲਈ ਭਲੇ ਵਾਸਤੇ ਹੀ ਕੰਮ ਕਰਨਾ। ਤੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਕਿਸਾਨ ਨੇਗੇ ਜਥੇਬੰਦੀਆਂ ਨੇ ਉਹਨਾਂ ਨੂੰ ਫਿਰ ਦੁਬਾਰਾ ਇਕਜੁੱਟ ਕਰਕੇ ਵੱਡੀ ਪਾਵਰ ਲਿਆ ਕੇ ਜੋ ਵੀ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਪੂਰਾ ਕਰਨਾ, ਤੇ ਜਿਹੜੇ ਲੋਕਾਂ ਦੇ ਵਿਸ਼ਵਾਸ ਕਮਜ਼ੋਰ ਹੋਇਆ ਪਿਆ ਗਾ ਉਹ ਵਿਸ਼ਵਾਸ ਇਹਨਾਂ ਦਾ ਵਾਪਸ ਲੈ ਕੇ ਆਉਣਾ ਗਾ। ਤਾਂ ਅਗਲੀ ਵਾਰ ਮਿਲਾਂਗੇ ਨੈਕਸਟ ਕਿਸੇ ਹੋਰ ਸ਼ਖਸੀਅਤ ਨਾਲ, ਕਿਸੇ ਹੋਰ ਵਿਸ਼ੇ ਨਾਲ। ਤਬ ਤੱਕ ਸਾਨੂੰ ਆਗਿਆ ਦਿਓ। ਧੰਨਵਾਦ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ।